ਗੌਰ ਜੈਸਾ ਨਾਹੀ ਕੋ ਦੇਵ ਜੈਸ ਮਸਤਕ ਭਾਗ ਸੋ ਲਾਗਾ ਸੇਵ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਈ ਸਭ ਥਾਈ ਹੋਏ ਜੀ ਸਹਾਈ ਸਭ ਥਾਈ ਹੋਏ ਜੀ ਸਹਾਈ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਵਡਭਾਗੀ ਹਾਂ ਸਾਰੇ ਜੀਵ ਜੋ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਉਹਨਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਜੋ ਨੂਰਾ ਮਾਹੀ ਕਲੱਬ ਰਾਏਕੋਟ ਉਹਨਾਂ ਵੱਲੋਂ ਉਦਮ ਉਪਰਾਲਾ ਕੀਤਾ ਗਿਆ। ਤੁਹਾਡੇ ਨਗਰ ਦੀ ਭਗਤ ਰਵਿਦਾਸ ਜੀ ਸ਼੍ਰੋਮਣੀ ਭਗਤ, ਜਿਨ੍ਹਾਂ ਦੇ ਅਸਥਾਨ ਦੀ ਸਮੁੱਚੀ ਸੰਗਤ ਤੇ ਪ੍ਰਬੰਧਕ ਵੀਰਾਂ ਵੱਲੋਂ ਸਹਿਯੋਗ ਦਿੱਤਾ ਗਿਆ। ਆਪਾਂ ਸੰਗਤ ਦੀਆਂ ਘੜੀਆਂ ਦੇ ਅੰਦਰ ਸਤ ਸੰਗਤ ਕਰਕੇ ਪਾਤਸ਼ਾਹ ਦੀ ਬਾਣੀ ਦੀ ਵਿਚਾਰ, ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਸਾਥੋਂ ਪਹਿਲਾਂ ਭਾਈ ਸੁਖਵਿੰਦਰ ਸਿੰਘ ਜੀ ਗੋਂਦਵਾਲ ਵਾਲੇ, ਉਹਨਾਂ ਨੇ ਪਾਤਸ਼ਾਹ ਦੀ ਪਾਵਨ ਤੇ ਨੂਰੇ ਮਾਹੀ ਦਾ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਨਾਮ ਆਉਂਦਾ, ਕਈ ਵਾਰ ਮਨ ਦੇ ਅੰਦਰ ਇਹ ਵਿਚਾਰ ਆਉਂਦੀ ਆ ਕਿ ਉਸ ਨੂਰੇ ਮਾਹੀ ਦੇ ਕਿੱਡੇ ਕੁ ਉੱਚੇ ਭਾਗ ਹੋਣਗੇ ਜਿਨ੍ਹਾਂ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਸਮੇਂ ਵਿਸ਼ਵਾਸ ਕੀਤਾ ਜਦੋਂ ਪਾਤਸ਼ਾਹ ਦਾ ਪੱਤਾ ਪੱਤਾ ਬੈਰੀ ਹੋ ਚੁੱਕਿਆ ਸੀ। ਇਤਿਹਾਸ ਆਪਾਂ ਸਾਰੇ ਜਾਣਦੇ ਹਾਂ, ਕੈਸੇ ਹਾਲਾਤ ਸਨ। ਮਾਛੀਵਾੜੇ ਦੇ ਜੰਗਲ ਤੋਂ ਬਾਅਦ ਉੱਚ ਦੇ ਪੀਰ ਬਣ ਕੇ ਪਾਤਸ਼ਾਹ ਰਾਏਕੋਟ ਦੇ ਇਲਾਕੇ 'ਚ ਪਹੁੰਚੇ। ਚਲੋ ਲੰਬਾ ਚੌੜਾ ਇਤਿਹਾਸ ਆਪਾਂ ਨੇੜੇ ਲੈ ਚੱਲੀਏ। ਨੂਰਾ ਮਾਹੀ ਜਿਹੜਾ ਉਸ ਧਰਮ ਦੇ ਅੰਦਰ ਹੈ, ਜਿਹੜੇ ਧਰਮ ਦੇ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਬਹੁਤ ਵੱਡਾ ਹੱਲਾ ਬੋਲ ਰਹੇ ਆ, ਉਸ ਸਮੇਂ ਕਿੱਡੇ ਕੁ ਉੱਚੇ ਕਰਮ ਨੇ ਨੂਰੇ ਮਾਹੀ ਦੇ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਕਲਗੀਧਰ ਮਹਾਰਾਜ ਨੇ ਵਿਸ਼ਵਾਸ ਕਰਕੇ ਏਡੀ ਵੱਡੀ ਜ਼ਿੰਮੇਵਾਰੀ ਲਾਈ ਕਿ ਸਾਡੇ ਸਾਹਿਬਜ਼ਾਦਿਆਂ ਦਾ ਅਤੇ ਜਗਤ ਮਾਤਾ ਮਾਤਾ ਗੁਜਰ ਕੌਰ ਜੀ, ਉਹਨਾਂ ਦੀ ਖਬਰ ਲਿਆ ਕੇ ਦਿੱਤੀ ਜਾਵੇ। ਇਹ ਵੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਲਾਂ। ਇਹ ਰਾਏਕੋਟ ਦੇ ਇਲਾਕੇ 'ਚ ਹੀ ਸਾਡਾ ਨਗਰ ਹੈ ਲੰਮਾ ਜੱਟਪੁਰਾ। ਇਤਿਹਾਸ ਦੇ ਕਈ ਪੱਖ ਹੋ ਜਾਂਦੇ ਆ, ਪਰ ਜਦੋਂ ਆਪਾਂ ਅਸਲੀਅਤ ਦੇ ਵਿੱਚ ਜਾਵਾਂਗੇ, ਨੂਰਾ ਮਾਹੀ ਲੰਮੇ ਜੱਟਪੁਰੇ ਦੀ ਧਰਤੀ ਦੇ ਉੱਪਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੂਰੇ 21 ਦਿਨ ਉਦੋਂ ਵਿਸ਼ਰਾਮ ਕਰਿਆ
ਜਦੋਂ ਹੇਰਾਂ ਵਾਲੇ ਮਹੰਤ ਕਿਰਪਾਲ ਦਾਸ ਨੇ ਗੁਰੂ ਪਾਤਸ਼ਾਹ ਨੂੰ, ਵੇਖੋ ਸਮਾਂ, ਇੱਕ ਸਮਾਂ ਹੈ ਮਹੰਤ ਕਿਰਪਾਲ ਦਾਸ ਤੇ ਉਹ ਭੰਗਾਣੀ ਦੇ ਜੰਗ ਦੇ ਅੰਦਰ ਚੰਗੇ ਜ਼ੋਹਰ ਦਿਖਾ ਕੇ ਆਇਆ। ਸਮਾਂ ਤਬਦੀਲ ਹੋ ਗਿਆ, ਪਾਤਸ਼ਾਹ ਨੂੰ ਇੱਕ ਰਾਤ ਰੱਖਣ ਤੋਂ ਵੀ ਮੁਨਕਰ ਹੋ ਗਿਆ। ਇਸ਼ਾਰਾ ਕਰ ਦਿੱਤਾ ਗਿਆ ਕਿ ਤੁਸੀਂ ਲੰਮੇ ਨਗਰ ਜਾਓ, ਲੰਮੇ ਗ੍ਰਾਮ ਆਪ ਚੱਲ ਜਾਈਏ, ਸੋ ਰਾਖੇ ਤੁਮ ਕੋ ਕਰ ਦਾਈਏ, ਨਰਸੋਂ ਹਜ਼ਾਰੋਂ ਦਾਦੇ ਪੋਤੇ, ਲਰਬੇ ਦਿਦ ਡਰ ਧਰੇ ਨਾ ਕੁੱਤੇ। ਕਿ ਉਹ ਨਗਰ ਦੇ ਲੋਕ ਬੜੇ ਦਲੇਰ ਨੇ, ਕਿਉਂਕਿ ਸਾਡੇ ਨਗਰ ਦਾ ਹੀ ਬਾਬਾ ਰਮਦਿੱਤਾ ਉਹ ਵੀ ਭੰਗਾਣੀ ਦੇ ਜੰਗ ਦੇ ਅੰਦਰ ਮਹੰਤ ਕਿਰਪਾਲ ਦਾਸ ਦੇ ਨਾਲ ਪਹੁੰਚਿਆ ਹੋਇਆ ਸੀ। ਤੇ ਪੂਰੇ 21 ਦਿਨ ਉਸ ਘਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਸ਼ਰਾਮ ਕੀਤਾ, ਜਿੱਥੇ ਹੁਣ ਗੁਰਦੁਆਰਾ ਛੋਟਾ ਦਮਦਮਾ ਸਾਹਿਬ ਬਣਿਆ ਹੋਇਆ। ਤੇ ਜਿੱਥੇ ਸੁਣ ਕੇ ਨੂਰੇ ਮਾਹੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੜ ਪੁੱਟੀ, ਉੱਥੇ ਗੁਰਦੁਆਰਾ ਪੰਜੂਆਣਾ ਸਾਹਿਬ ਬਣਿਆ ਹੋਇਆ। ਤੇ ਉਹ ਜੰਡ ਅਜੇ ਵੀ ਮੌਜੂਦ ਆ, ਜਿਹਦੇ ਤੇ ਚੜ੍ਹ ਕੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਸੀ ਗੁਰਮੁਖਾਂ ਨੂੰ ਕਿ ਵੇਖੋ ਨੂਰਾ ਮਾਹੀ ਕਿੱਥੇ ਘਾ ਰਿਹਾ। 40 ਕੋਹ ਦੀ ਵਾਟ ਹੈ, ਬੜੀ ਤੇਜ਼ੀ ਦੇ ਨਾਲ ਨੂਰਾ ਮਾਹੀ ਖਬਰ ਲੈ ਕੇ ਪਹੁੰਚਿਆ ਸੀ। ਇਸ ਕਰਕੇ ਜਦੋਂ ਆਪਾਂ ਇਤਿਹਾਸ ਦੇ ਪੱਖ ਪੜ੍ਹਦੇ ਹਾਂ, ਹੈਰਾਨ ਹੋ ਜਾਈਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲੱਕ ਤੇ ਜਿਗਰ, ਜਿਨ੍ਹਾਂ ਨੇ 8-9 ਸਾਲ ਦੀ ਉਮਰ ਦੇ ਅੰਦਰ ਹੀ ਇਸ਼ਾਰਾ ਕਰਤਾ ਆਪਣੇ ਪਿਤਾ ਨੂੰ, ਆਪਣੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਕਿ ਪਿਤਾ ਜੀ ਤੁਹਾਡੇ ਨਾਲੋਂ ਬਲੀ ਪੁਰਸ਼ ਕੌਣ ਹੋਵੇਗਾ, ਧਰਮੀ ਪੁਰਸ਼ ਕੌਣ ਹੋਵੇਗਾ, ਤੁਸੀਂ ਇਹਨਾਂ ਦਾ ਧਰਮ ਬਚਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਗਏ ਤੇ ਉਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਨਗਰਾਂ ਦੇ ਅੰਦਰ ਇਹ ਫਿਰ ਸਾਰਾ ਕੌਤਕ ਕਰਕੇ 7 ਮਾਘ ਨੂੰ ਇੱਥੋਂ ਅੱਗੇ ਚਾਲੇ ਪਾਏ। ਆਓ ਅੱਜ ਆਪਾਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦਾ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਅੰਦਰ ਆਪਾਂ ਜੁੜੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਦੇਖੋ ਉਹਨਾਂ ਦਾ ਸੰਸਾਰ ਦੇ ਅੰਦਰ ਗੁਰਤਾ ਗੱਦੀ ਤੇ ਪ੍ਰਗਟ ਹੋਣ ਦਾ ਵੀ ਨਵੇਕਲਾ ਹੀ ਢੰਗ ਆਪਾਂ ਪੜ੍ਹਦੇ ਹਾਂ। ਜਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੇ ਅੰਦਰ ਜਮਨਾ ਦੇ ਕਿਨਾਰੇ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤਾਂ ਨੇ ਭਾਈ ਗੁਰਬਖਸ਼ ਨਾਂ ਦੱਸਿਆ ਇਤਿਹਾਸ ਦੇ ਅੰਦਰ, ਉਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਤੋਂ ਬਾਅਦ ਅਸੀਂ ਕਿਹਨੂੰ ਗੁਰੂ ਮੰਨੀਏ। ਤੇ ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਬਾਬਾ ਵਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਬਾਬਾ ਬਕਾਲਾ ਸਾਹਿਬ ਵੱਲ ਇਸ਼ਾਰਾ ਹੋ ਗਿਆ ਤੇ ਉੱਥੇ ਬੜਾ ਡਿਮ ਧਾਰੀ ਲੋਕਾਂ ਨੇ ਆਪਦਾ ਗੁਰੂ ਬਣਨ ਦਾ ਯਤਨ ਕੀਤਾ। ਆਪਾਂ ਇਤਿਹਾਸ ਤੋਂ ਸਾਰੇ ਜਾਣੂ ਆ। ਤੇ ਮੱਖਣ ਸ਼ਾਹ ਲਵਾਣੇ ਦੇ ਰਾਹੀਂ ਗੁਰੂ ਲਾਧੋਰੇ ਦਾ ਹੋਕਾ ਆਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ 9ਵੀਂ ਜੋਤ ਦੇ ਉੱਪਰ ਗੱਦੀ ਤੇ ਬੈਠ ਕੇ ਸੰਗਤ ਦੀ ਸੇਵਾ ਕਰਨੀ ਸ਼ੁਰੂ ਕੀਤੀ। ਬੜੀਆਂ ਮੁਸ਼ਕਲਾਂ ਆਈਆਂ, ਧੀਰ ਮੱਲੀਆਂ ਹੋਰਾਂ ਵੱਲੋਂ ਜ਼ਬਰਦਸਤੀ ਕੀਤੀ ਗਈ, ਸਮਾਨ ਚੁੱਕ ਕੇ ਲੈ ਜਾਣਾ, ਗੋਲੀਆਂ ਚਲਾ ਦੇਣੀਆਂ। ਭਾਵੇਂ ਮੱਖਣ ਸ਼ਾਹ ਲਵਾਣੇ ਨੇ ਆਪਦੀ ਸ਼ਕਤੀ ਦੇ ਨਾਲ ਸਾਰਾ ਸਮਾਨ ਵਾਪਸ ਕਰਵਾਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਟਕਰਾਓ ਦੀ ਨੀਤੀ ਛੱਡ ਕੇ ਸਾਰਾ ਸਮਾਨ ਫੇਰ ਵਾਪਸ ਕੀਤਾ। ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ, ਮਨਮੁੱਖਾਂ ਵੱਲੋਂ ਨਾ ਅੰਦਰ ਪ੍ਰਵੇਸ਼ ਹੋਣ ਦਿੱਤਾ ਤੇ ਉੱਥੋਂ ਅੱਗੇ ਚਾਲਾ ਪਾਤਾ ਤੇ ਟਕਰਾਓ ਦੀ ਨੀਤੀ ਛੱਡ ਕੇ। ਆ ਤੁਹਾਡੇ ਇਲਾਕੇ ਦੇ ਅੰਦਰ ਆਪਾਂ ਵੇਖਦੇ ਹਾਂ, ਮੋੜੋਵਾਲ ਪਾਤਸ਼ਾਹ ਪਹੁੰਚੇ, ਖਾਰੇ ਖੂਹ ਨੂੰ ਮਿੱਠਾ ਕਰ ਦਿੱਤਾ ਵਾਹਿਗੁਰੂ ਦਾ ਨਾਮ ਲੈ ਕੇ। ਅੰਡਿਆਏ ਦੇ ਅੰਦਰ ਪਹੁੰਚੇ, ਇੱਥੇ ਵਖਾਰ ਨਹੀਂ ਸੀ ਉਤਰਦਾ, ਸਾਰੇ ਨਗਰ ਨੂੰ ਚੜਿਆ ਹੋਇਆ ਸੀ। ਇੱਕ ਗੁਰਮੁਖ ਜੋ ਬਾਹਰ ਛੱਪੜ ਦੇ ਕਿਨਾਰੇ ਤੜਫ ਰਿਹਾ ਸੀ, ਪਾਤਸ਼ਾਹ ਨੇ ਪੁੱਛਿਆ ਕਿ ਭਾਈ ਕੀ ਹੋਇਆ ਇਹਨੂੰ? ਕਹਿੰਦੇ ਜੀ ਵਖਾਰ ਨਹੀਂ ਉਤਰਦਾ। ਪਾਤਸ਼ਾਹ ਨੇ ਇਸ਼ਾਰਾ ਕਰਤਾ ਕਿ ਇਹਦੇ ਅੰਦਰ ਇਸ਼ਨਾਨ ਕਰੋ। ਉਹਨਾਂ ਦਾ ਵਖਾਰ ਉਤਰਿਆ ਤੇ ਸਾਰੇ ਨਗਰ ਨੂੰ ਖੁਸ਼ੀਆਂ ਮਿਲੀਆਂ। ਆਓ ਹੁਣ ਆਪਾਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੀ ਜ਼ਾਤ ਦੇ ਅੰਦਰ ਜੁੜੇ ਹਾਂ। ਆਪਾਂ ਆਪਣੇ ਜੀਵਨ ਦੀ ਜਾਂਚ ਸਿੱਖਣ ਆਏ ਹਾਂ, ਗੁਰਮਤਿ ਜੀਵਨ ਜਾਂਚ।
ਦੋ ਤਰ੍ਹਾਂ ਦੀ ਸੰਸਾਰ ਦੇ ਅੰਦਰ ਪੜ੍ਹਾਈ ਹੈ। ਇੱਕ ਪੜ੍ਹਾਈ ਹੈ ਦੁਨੀਆ ਦੀ ਸਿੱਖਿਆ, ਜਿਹੜੀ ਬੱਚੇ ਨੂੰ ਪੈਦਾ ਹੋਣ ਤੋਂ ਸਾਰਿਆਂ ਤੋਂ ਪਹਿਲਾਂ ਉਹਦੀ ਮਾਤਾ ਵੱਲੋਂ ਦਿੱਤੀ ਜਾਂਦੀ ਹੈ। ਮਾਤਾ ਬੱਚੇ ਨੂੰ ਸਿਖਾਉਂਦੀ ਕਿ ਇਹ ਤੇਰਾ ਬਾਪ ਹੈ, ਇਹ ਤੇਰੀ ਭੈਣ ਹੈ, ਇਹ ਤੇਰਾ ਭਰਾ, ਜੋ ਸੰਸਾਰ ਦਾ ਗਿਆਨ। ਉਸ ਤੋਂ ਬਾਅਦ ਅਸੀਂ ਫਿਰ ਦੁਨੀਆ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਅੰਦਰ ਤੇ ਆ ਸੰਸਾਰ ਦਾ ਗਿਆਨ ਲੈਂਦੇ ਆ। ਅੱਜ ਸੰਸਾਰ 'ਚ ਆਪਾਂ ਵੇਖ ਰਹੇ ਹਾਂ ਗਿਆਨ ਵੀ ਲੋਕਾਂ ਕੋਲੇ ਬਹੁਤ ਆ, ਤੇ ਦੂਸਰੇ ਪਾਸੇ ਵਿਗਿਆਨ ਦੀ ਵੀ ਬੜੀ ਕਲਾ। ਆ ਦੇਖੋ ਕਲਾ ਦਾ ਯੁੱਗ ਆ। ਆਪਾਂ ਇੱਥੇ ਬੈਠੇ ਸਮਾਗਮ 'ਚ ਹਾਜ਼ਰੀ ਭਰ ਰਹੇ ਹਾਂ, ਆ ਗੁਰਮੁਖਾਂ ਵੱਲੋਂ ਪਤਾ ਨਹੀਂ ਕਿੱਥੇ ਕਿੱਥੇ ਦੁਨੀਆ 'ਚ ਇਹ ਦਿਖਾਇਆ ਜਾ ਰਿਹਾ। ਪਰ ਸਾਰਾ ਕੁਝ ਹੋਣ ਦੇ ਬਾਵਜੂਦ ਅੱਜ ਜੋ ਸੰਸਾਰ ਦੀ ਜਾਂ ਆਪਣੇ ਮਨਾਂ ਦੀ ਹਾਲਤ ਆ, ਉਹ ਕਿਸੇ ਤੋਂ ਵਿਸਰੀ ਨਹੀਂ ਹੋਈ, ਕੋਈ ਅਣਜਾਣ ਨਹੀਂ ਹੈ। ਸਾਰੇ ਆਪਾਂ ਇਸ ਤਰ੍ਹਾਂ ਅੱਜ ਤੜਫ ਰਹੇ ਹਾਂ, ਜਿਸ ਤਰ੍ਹਾਂ ਕਿਸੇ ਮਛਲੀ ਨੂੰ ਪਾਣੀ 'ਚੋਂ ਕੱਢ ਕੇ ਬਾਹਰ ਸੁੱਟ ਦਿਓ, ਉਹ ਤੜਫ ਰਹੀ ਆ ਵਿਚਾਰੀ। ਅੱਜ ਸੰਸਾਰ ਦੇ ਅੰਦਰ ਆਪਾਂ ਆਮ ਜੀਵਾਂ ਦੀ ਹਾਲਤ ਵੇਖ ਸਕਦੇ ਹਾਂ। ਚਲੋ ਬਿਰਲੇ ਹੋਣਗੇ ਜਿਨ੍ਹਾਂ ਤੇ ਮਾਲਕ ਦੀ ਦਇਆ, ਜਿਨ੍ਹਾਂ ਨੇ ਸੰਗਤ ਕਰਕੇ ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਤੇ ਆਪਣੇ ਜੀਵਨ ਨੂੰ ਗੁਰੂ ਦੇ ਗਿਆਨ ਅਨੁਸਾਰ ਢਾਲ ਲਿਆ, ਉਹਨਾਂ ਨੂੰ ਤਾਂ ਸੌਖਾ ਸਾਹ ਆ ਰਿਹਾ। ਨਹੀਂ, ਜਿੱਧਰ ਮਰਜੀ ਤੁਸੀਂ ਝਾਤੀ ਮਾਰ ਕੇ ਵੇਖੋ, ਤੋਬਾ ਤੋਬਾ ਦੀ ਆਵਾਜ਼ ਆ ਰਹੀ ਹੈ। ਕਿਤੇ ਬਾਹਰ ਵੇਖਣ ਦੀ ਲੋੜ ਨਹੀਂ ਹੈ। ਆਪਾਂ ਆਪਣੇ ਆਪ ਤੋਂ ਸ਼ੁਰੂ ਕਰ ਲਓ ਕਿ ਸਾਡੇ ਮਨਾਂ ਦੀ ਹਾਲਤ ਕੀ ਹੈ, ਸਾਡੇ ਪਰਿਵਾਰਾਂ ਦੀ ਕੀ ਹਾਲਤ ਹੈ, ਕਿਵੇਂ ਸਾਡੇ ਮਨਾਂ ਦੇ ਅੰਦਰ ਕਲੇਸ਼ ਨੇ, ਕਿਵੇਂ ਸਾਡੇ ਪਰਿਵਾਰਾਂ ਦੇ ਅੰਦਰ ਕਲੇਸ਼ ਨੇ, ਕਿਵੇਂ ਸਾਡੇ ਸਮਾਜ ਦੇ ਅੰਦਰ ਕਲੇਸ਼ ਨੇ। ਤੇ ਸਾਰਾ ਸੰਸਾਰ ਤੜਫ ਰਹੇ ਆਪਾਂ, ਤੜਫਾਂਗੇ ਵੀ, ਕਿਉਂਕਿ ਪਾਤਸ਼ਾਹ ਨੇ ਗੁਰਬਾਣੀ ਅੰਦਰ ਸਾਨੂੰ ਗਿਆਨ ਦਿੱਤਾ ਕਿ ਜਿਹੜਾ ਇਹ ਸਮਾਂ ਕਲਯੁਗ ਦਾ ਚੱਲ ਰਿਹਾ, ਇਹਨੂੰ ਕਿਹੜੇ ਢੰਗ ਦੇ ਨਾਲ ਬਿਆਨ ਕੀਤਾ। ਪਾਤਸ਼ਾਹ ਕਹਿੰਦੇ ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥਵਾਹੋ, ਕਿ ਇਹ ਇੱਕ ਰਥ ਚੱਲ ਰਿਹਾ ਅੱਗ ਦਾ, ਜਿਹਦੀ ਅਗਵਾਈ ਕਰ ਰਿਹਾ ਹੈ ਝੂਠ। ਹੁਣ ਝੂਠ ਰਥਵਾਹੀ ਆ, ਰਥ ਅੱਗ ਦਾ, ਜਿਹਦੇ ਅੰਦਰ ਅਸੀਂ ਸਵਾਰ ਹਾਂ। ਤੇ ਫਿਰ ਕਿੱਥੋਂ ਅਸੀਂ ਟਿਕਾਓ ਭਾਲਦੇ ਹਾਂ, ਕਿੱਥੋਂ ਅਸੀਂ ਸੁੱਖ ਭਾਲਦੇ ਹਾਂ, ਕਿੱਥੋਂ ਅਸੀਂ ਸ਼ਾਂਤੀ ਭਾਲਦੇ ਹਾਂ। ਇਹ ਗੁਰਮੁਖਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਧਾਰਮਿਕ ਪ੍ਰੋਗਰਾਮ ਕਰਾਉਣ ਦੇ, ਕਿਉਂਕਿ ਇਤਿਹਾਸ ਅੱਜ ਪ੍ਰਚਾਰ ਔਰ ਪ੍ਰਸਾਰ ਦੀ ਕੋਈ ਕਮੀ ਨਹੀਂ ਹੈ। ਬੜੇ ਸਾਧਨ ਨੇ, ਤੁਹਾਡੇ ਕੋਲੇ ਮੋਬਾਈਲ ਹੈ, ਡਾਟਾ ਹੈ, ਉਹਦੇ 'ਚ ਜਿਹੜੇ ਮਰਜ਼ੀ ਧਰਮ ਦਾ ਗਿਆਨ ਤੁਸੀਂ ਪੜ੍ਹੋ, ਸੁਣੋ, ਵਿਚਾਰੋ, ਸਿੱਖਿਆ ਲੈ ਸਕਦੇ ਆ। ਪਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਵੇਖਣਾ ਕਿ ਸਾਡੀ ਹਾਲਤ ਕਿਉਂ ਵਿਗੜਦੀ ਜਾ ਰਹੀ ਹੈ। ਅੱਜ ਤੋਂ 30-40 ਸਾਲ ਦਾ ਪਹਿਲਾਂ ਦਾ ਸਮਾਂ ਜਿਨ੍ਹਾਂ ਨੇ ਵੇਖਿਆ, ਨਾ ਇੰਨੇ ਗੁਰਦੁਆਰੇ ਹੁੰਦੇ, ਨਾ ਇੰਨੇ ਕਥਾਵਾਚਕ ਹੁੰਦੇ, ਨਾ ਇੰਨੇ ਸਾਧੂ ਸੰਤ ਹੁੰਦੇ, ਨਾ ਇੰਨੇ ਨਗਰ ਕੀਰਤਨ ਹੁੰਦੇ, ਨਾ ਏਡੇ ਏਡੇ ਵੱਡੇ ਦੀਵਾਨ ਲੱਗਦੇ, ਪਰ ਲੋਕਾਂ ਦੇ ਸੰਸਾਰ ਨੂੰ ਚਲਾ ਰਹੀ ਹੈ। ਜੇ ਅਸੀਂ ਉਹਦੇ ਚੱਲ ਰਹੇ ਸੰਵਿਧਾਨ ਦੇ ਅੰਦਰ ਜਿਹੜਾ ਉਹਦਾ ਕਾਨੂੰਨ ਆ, ਉਹਦੇ ਕਾਨੂੰਨ ਤੋਂ ਅਸੀਂ ਬਾਹਰ ਕੋਈ ਕੰਮ ਕਰਾਂਗੇ ਤਾਂ ਸਾਨੂੰ ਉਹਦੀ ਸਜ਼ਾ ਹਰਗਿਜ਼ ਮਿਲੇਗੀ। ਤੇ ਲੋਕ ਡਰਦੇ ਸੀ ਰੱਬ ਤੋਂ, ਇੱਕ ਦੂਸਰੇ ਨੇ ਕਿਸੇ ਤੋਂ ਲੈਣ ਦੇਣ ਕਰਨਾ, ਲੋੜਾਂ ਪੈਂਦੀਆਂ ਰਹਿੰਦੀਆਂ ਆਪਾਂ ਨੂੰ, ਸੰਸਾਰੀ ਜੀਵ ਆਪਾਂ, ਤੇ ਪੈਸਾ ਧੇਲਾ ਇੱਕ ਦੂਜੇ ਨੂੰ ਅੰਦਰ ਜਾ ਕੇ ਫੜਾਇਆ ਹੋਣਾ ਵੀ ਲੈ ਭਾਈ ਹੁਣ ਜਾਂ ਤੂੰ ਵੇਖਦਾ ਜਾਂ ਮੈਂ ਵੇਖਦਾ ਜਾਂ ਰੱਬ ਵੇਖਦਾ। ਕਿਸੇ ਦਾ ਰੌਲਾ ਨਹੀਂ ਸੀ ਪੈਂਦਾ, ਕਿਉਂ? ਡਰ ਸੀ ਮਨਾਂ ਦੇ ਅੰਦਰ। ਅੱਜ ਅਸੀਂ ਪਰੋਂ ਨੋਟ ਵੀ ਕਰਾਉਨੇ ਆ, ਸਟਾਂਪ ਵੀ ਕਰਾਉਨੇ ਆ, ਤੇ ਜੋ ਹਾਲਾਤ ਆ ਸਾਰਿਆਂ ਦੇ ਸਾਹਮਣੇ ਆ। ਕਾਰਨ ਇੱਕੋ ਹੀ ਹੋ ਗਿਆ ਕਿ ਕਈ ਵਾਰ ਸਾਡਾ ਜਿਹੜਾ ਬਹੁਤਾ ਗਿਆਨ ਆ ਨਾ, ਖਾਸ ਕਰਕੇ ਧਰਮ ਦਾ ਜਿਹੜਾ ਗਿਆਨ ਆ, ਜੇ ਇਹਨੂੰ ਅਸੀਂ ਤੱਤ ਵਸਤੂ ਦੇ ਨਾਲ ਨਹੀਂ ਜੋੜਦੇ ਤਾਂ ਇਹ ਬਿਨਾਂ ਹੰਕਾਰ ਤੋਂ ਤੇ ਬਿਨਾਂ ਝਗੜਿਆਂ ਤੋਂ ਸਾਡੇ ਪੱਲੇ ਕੁਝ ਵੀ ਪੈਣ ਵਾਲਾ ਨਹੀਂ। ਆਪਾਂ ਗੁਰਮੁਖਾਂ ਪਾਸੋਂ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਪਾਵਨ ਸ਼ਬਦ ਸਰਵਣ ਕਰ ਰਹੇ ਸੀ। ਰੇ ਮਨ ਰਾਮ ਸਿਉ ਕਰ ਪ੍ਰੀਤ, ਕਿ ਤੁਸੀਂ ਭਾਈ ਆਪਣੇ ਮਾਲਕ ਰਾਮ ਰਮਈਆ, ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ, ਉਹਦੇ ਨਾਲ ਪ੍ਰੀਤ ਕਰ।
ਰਸਨਾ ਗੋਬਿੰਦ ਗੁਣ ਰਵੋ, ਸਰਵਣ ਸੁਣੋ ਹਰ ਗੀਤ। ਕਿ ਆਪਣੀ ਉਹਦੇ ਨਾਲ ਪ੍ਰੀਤ ਪਵੇ ਕਿਵੇਂ। ਅੱਜ ਆ ਸਾਡੀ ਜਿਹੜੀ ਖੁਆਰੀ ਦਾ ਕਾਰਨ ਇੱਕੋ ਹੀ ਆ, ਜਦੋਂ ਅਸੀਂ ਤੱਤ ਵਸਤੂ ਨਾਲ ਜੁੜਾਂਗੇ। ਵੇਖੋ ਬੇਨਤੀ ਸਾਰੇ ਆਪਾਂ ਇੱਕੋ ਜਿਹੀ ਆ, ਕੋਈ ਬਹੁਤਾ ਫਰਕ ਨਹੀਂ ਹੈ। ਤੁਸੀਂ ਮੇਰੀ ਡਿਊਟੀ ਲਾਈ ਆ ਕਿ ਆਪਾਂ ਸ਼ਬਦ ਦੀ ਵਿਚਾਰ ਕਰਨੀ ਆ। ਆਪਾਂ ਇਕੱਲਾ ਉਹੀ ਗਿਆਨ ਨਹੀਂ ਇੱਥੇ ਕਰਨਾ ਜਿਹੜਾ ਸਾਨੂੰ ਝਗੜਿਆਂ 'ਚ ਪਾ ਦੇਵੇ ਜਾਂ ਸਾਡੇ ਮਨਾਂ ਦੇ ਅੰਦਰ ਹਉਮੈ ਖੜੀ ਕਰ ਦੇਵੇ। ਅਸੀਂ ਸਿੱਖਿਆ ਲੈਣੀ ਆ ਕਿ ਗੁਰੂ ਕਹਿੰਦਾ ਕੀ ਆ। ਜੇ ਅਸੀਂ ਸਿੱਖਿਆ ਨੂੰ ਮਨ ਦੇ ਅੰਦਰ ਵਸਾ ਲੈਂਦੇ ਆ ਤਾਂ ਜਿਹੜੇ ਗੁਰਮੁਖ ਜਪਜੀ ਸਾਹਿਬ ਦਾ ਪਾਠ ਕਰਦੇ ਆ ਉਹ 'ਚ ਰੋਜ਼ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਕਿ ਜੇ ਭਾਈ ਤੁਸੀਂ ਗੁਰੂ ਦੀ ਇੱਕ ਸਿੱਖਿਆ ਨੂੰ ਆਪਣੇ ਮਨ ਦੇ ਅੰਦਰ ਵਸਾ ਲੈਂਦੇ ਹੋ ਤੇ ਇੰਨੀ ਤਾਕਤ ਆ ਗੁਰੂ ਦੀ ਸਿੱਖਿਆ 'ਚ, ਤੁਹਾਡੀ ਖੋਟੀ ਤੋਂ ਖੋਟੀ, ਮਾੜੀ ਤੋਂ ਮਾੜੀ ਜਿਹੜੀ ਮੱਤ ਆ ਉਹ ਰਤਨ ਜਵਾਹਰ ਮਾਣਕ ਬਣ ਜੂਗੀ। ਪਰ ਸਿੱਖਿਆ ਕਿੱਥੇ ਜਾ ਕੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਆਪਾਂ ਸਾਰੇ ਜਿੰਨੇ ਗੁਰਮੁਖ ਇੱਥੇ ਸੰਗਤ ਰੂਪ ਦੇ ਵਿੱਚ ਇਕੱਤਰ ਹੋਏ ਆ, ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਗਏ ਸਾਰੇ। ਕੀ ਸਾਨੂੰ ਨਹੀਂ ਭੁੱਲਦਾ ਸਾਡਾ ਮਾਲਿਕ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਤਾਂ ਨਹੀਂ ਭੁੱਲਦਾ ਤਾਂ ਸਾਡਾ ਜੀਵਨ ਸਫਲਤਾ ਵਾਲੇ ਪਾਸੇ ਨੂੰ ਚੱਲ ਰਿਹਾ। ਜੇ ਅਜੇ ਭੁੱਲ ਰਿਹਾ ਤਾਂ ਫਿਰ ਆਪਾਂ ਯਤਨ ਕਰਨਾ ਹੁੰਦਾ, ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨੀ ਹੁੰਦੀ ਆ ਤੇ ਬੇਨਤੀ ਕਰਨੀ ਹੁੰਦੀ ਆ, ਸੱਚੇ ਪਾਤਸ਼ਾਹ ਸਾਨੂੰ ਵਿਵੇਕ ਬੁੱਧ ਬਖਸ਼ੋ। ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਦੇ ਅੰਦਰ ਸਮਝਾਇਆ। ਅੱਜ ਸਾਰਿਆਂ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਆ, ਅਸੀਂ ਧਰਮ ਦੇ ਗ੍ਰੰਥ ਪੜ੍ਹਦੇ ਆ ਆਪਣੇ ਜੀਵਨ ਨੂੰ ਸਵਾਰਨ ਵਾਸਤੇ। ਆਪਾਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਆ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ। ਦੂਸਰੇ ਧਰਮਾਂ ਵਾਲੇ ਵੀ ਆਪੋ ਆਪਣੇ ਪੜ੍ਹਦੇ ਆ, ਸਾਰਿਆਂ ਨੂੰ ਆਪੋ ਆਪਣੇ ਪਿਆਰੇ ਲੱਗਦੇ ਆ। ਤੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਰਿਆਂ ਦਾ ਸਤਿਕਾਰ ਕੀਤਾ ਗਿਆ, ਸਾਰਿਆਂ ਦੀ ਤੱਤ ਦੀ ਵਿਚਾਰ ਸਾਨੂੰ ਸਮਝਾ ਦਿੱਤੀ ਗਈ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਤੇ ਜਦੋਂ ਅਸੀਂ ਧਾਰਮਿਕ ਗ੍ਰੰਥ ਪੜ੍ਹਦੇ ਆ ਤੇ ਵਿਚਾਰਦੇ ਵੀ ਆ, ਕਈ ਲੋਕ ਹੁਣ ਧਰਮ ਦੀ ਸਿੱਖਿਆ ਤੋਂ ਪਿੱਛੇ ਹਟ ਰਹੇ ਆ ਜ਼ਿਆਦਾਤਰ। ਉਹ ਕਿਹਦੇ ਨਾਲ ਜੁੜਦੇ ਆ, ਉਹ ਯੋਗਾ ਵਰਗੇ ਸਾਧਨਾਂ ਨਾਲ ਜੁੜਦੇ ਆ। ਚੰਗੀ ਗੱਲ ਆ ਯੋਗਾ ਕਰਨਾ, ਉਹਦੇ ਨਾਲ ਸਰੀਰ ਦੀ ਤੰਦਰੁਸਤੀ ਹੋ ਸਕਦੀ ਆ, ਪਰ ਅਸੀਂ ਮਨ ਕਰਕੇ ਬਹੁਤੀ ਦੇਰ ਸ਼ਾਂਤ ਨਹੀਂ ਰਹਿ ਸਕਾਂਗੇ। ਪਾਤਸ਼ਾਹ ਨੇ ਫਿਰ ਪੰਜਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਇੱਕ ਜਗ੍ਹਾ ਕਿ ਆਪਾਂ ਅਰਦਾਸ ਕਰਨੀ ਹੁੰਦੀ ਆ ਗੁਰੂ ਚਰਨਾਂ 'ਚ ਆ ਕੇ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਕਿ ਪਾਤਸ਼ਾਹ ਅਸੀਂ ਪਾਠ ਵੀ ਕੀਤੇ ਧਾਰਮਿਕ ਗ੍ਰੰਥਾਂ ਦੇ, ਜਿਵੇਂ ਅੱਜ ਆਪਾਂ ਕਰ ਰਹੇ ਹਾਂ। ਅਸੀਂ ਵੇਦਾਂ ਦੀ ਵਿਚਾਰ ਨਾਲ ਵੀ ਜੁੜੇ, ਅਸੀਂ ਨਿਉਲੀ ਵਰਗੇ ਯੋਗਾ ਦੇ ਸਾਧਨ ਵੀ ਕੀਤੇ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਧੇ। ਕਿ ਫੇਰ ਵੀ ਆ ਪੰਜਾਂ ਦੂਤਾਂ ਤੋਂ, ਪੰਜਾਂ ਚੋਰਾਂ ਤੋਂ, ਪੰਜਾਂ ਠੱਗਾਂ ਤੋਂ ਸਾਡਾ ਖਹਿੜਾ ਛੁੱਟਦਾ ਨਹੀਂ। ਅਦਕ ਅਹੰਗ ਬੁੱਧ ਬਾਧੇ, ਸਗੋਂ ਸਾਡੀ ਬੁੱਧੀ ਦੇ ਅੰਦਰ ਬਹੁਤ ਅਹੰਕਾਰ ਪੈਦਾ ਹੋ ਗਿਆ। ਅੱਜ ਜ਼ਿਆਦਾਤਰ ਧਰਮ ਦੇ ਰਸਤੇ ਚੱਲਣ ਵਾਲੇ ਲੋਕਾਂ ਨਾਲ ਤੁਸੀਂ ਗੱਲ ਕਰਕੇ ਵੇਖਿਓ, ਇੰਨਾ ਹੰਕਾਰ ਮਨਾਂ ਦੇ ਅੰਦਰ। ਤੇ ਇਹੀ ਹੰਕਾਰ ਸ਼ੁਰੂ ਤੋਂ ਹੁੰਦਾ ਆਇਆ। ਆਪਾਂ ਪਿਛਲਾ ਸ਼ੁਰੂ ਤੋਂ ਲੈ ਕੇ ਪੜ੍ਹ ਲਓ, ਭਗਤ ਰਵਿਦਾਸ ਜੀ ਹੋਣਾ ਵੇਲੇ ਦਾ ਸਮਾਂ ਯਾਦ ਕਰ ਲਓ। ਇੱਕ ਪਾਸੇ ਉਹ ਲੋਕ ਸਨ ਜਿਨ੍ਹਾਂ ਨੂੰ ਕੇਵਲ ਧਾਰਮਿਕ ਗ੍ਰੰਥਾਂ ਦਾ ਗਿਆਨ ਸੀ, ਪਰ ਉਹਨਾਂ ਨੇ ਗਿਆਨ ਨੂੰ ਕਮਾਇਆ ਨਹੀਂ ਸੀ। ਉਹ ਰਾਜੇ ਮਹਾਰਾਜਿਆਂ ਦੇ ਨੇੜੇ ਹੁੰਦੇ ਤੇ ਬਹੁਤ ਸਾਰੇ ਉੱਚੀਆਂ ਜਾਤਾਂ ਦੇ ਅੰਦਰ ਪੈਦਾ ਹੋਏ ਹੁੰਦੇ, ਤੇ ਉਦੋਂ ਤਾਂ ਕਾਨੂੰਨ ਵੀ ਇਹੋ ਜਿਹੇ ਬਣਾ ਦਿੱਤੇ ਜਾਂਦੇ ਕਿ ਜਿਨ੍ਹਾਂ ਨੂੰ ਸ਼ੂਦਰ ਗਿਣਿਆ ਜਾਂਦਾ,
ਨਾ ਵਿਚਾਰੇ ਨਾਮ ਜਪ ਸਕਣ, ਨਾ ਧਾਰਮਿਕ ਸਥਾਨਾਂ ਤੇ ਜਾ ਸਕਣ, ਨਾ ਉਹ ਤੀਰਥਾਂ ਤੇ ਇਸ਼ਨਾਨ ਕਰ ਸਕਣ। ਜੇ ਕੋਈ ਕਰਦਾ ਤਾਂ ਬੜੀ ਕਰੜੀ ਸਜ਼ਾ ਦੇ ਦਿੱਤੀ ਜਾਂਦੀ। ਇਹ ਭਾਰਤ ਦੀ ਧਰਤੀ ਤੇ ਧਰਮ ਦੇ ਨਾਂ ਤੇ ਇੰਨਾ ਵੀ ਅਨਿਆਂ ਹੁੰਦਾ ਰਿਹਾ ਸ਼ੂਦਰ ਲੋਕਾਂ ਦੇ ਨਾਲ। ਇੱਕ ਇਹੋ ਜਿਹਾ ਸਮਾਂ ਵੀ ਇੱਥੇ ਚੱਲਿਆ ਕਿ ਇੱਕ ਹੁੰਦੇ ਸੀ ਆਮ ਰਸਤੇ, ਇੱਕ ਹੁੰਦਾ ਖਾਸ ਰਸਤਾ। ਆਮ ਰਸਤੇ ਤੇ ਹਰੇਕ ਲੰਘ ਸਕਦਾ, ਖਾਸ ਰਸਤੇ ਉਹਨਾਂ ਲੋਕਾਂ ਵਾਸਤੇ ਹੁੰਦੇ ਜਿਨ੍ਹਾਂ ਦੇ ਲਈ ਛੱਡੇ ਜਾਂਦੇ। ਤੇ ਇਹਨਾਂ ਦੀਆਂ ਗਰੀਬਾਂ ਦੀਆਂ ਬਸਤੀਆਂ ਛਿਪਦੇ ਵਾਲੇ ਪਾਸੇ ਪਾ ਦਿੱਤੀਆਂ ਜਾਂਦੀਆਂ। ਜੇ ਕਿਸੇ ਨੇ ਆਮ ਰਸਤੇ ਤੇ ਤੁਰਨਾ, ਉਹਨਾਂ ਵਿਚਾਰਿਆਂ ਨੂੰ ਆਪਣੀ ਢੂਹੀ ਦੇ ਉੱਪਰ ਮੋਰ ਦੇ ਖੰਭ ਬੰਨ ਕੇ ਤੁਰਨਾ ਪੈਂਦਾ, ਕਿਉਂਕਿ ਜਿੱਥੇ ਸ਼ੂਦਰ ਪੈਰ ਧਰੇਗਾ ਉਹ ਧਰਤੀ ਅਪਵਿੱਤਰ ਹੋ ਜਾਊਗੀ ਤੇ ਮੋਰ ਦੇ ਖੰਭਾਂ ਦੇ ਨਾਲ ਦੀ ਨਾਲ ਤੁਸੀਂ ਪਵਿੱਤਰ ਕਰਦੇ ਜਾਣਾ। ਐਸਾ ਭਿਆਨਕ ਦ੍ਰਿਸ਼ ਵੀ ਅਗਿਆਨਤਾ ਵਸ ਧਰਮੀ ਲੋਕਾਂ ਨੇ ਭਾਰਤ ਦੀ ਧਰਤੀ ਤੇ ਪੈਦਾ ਕੀਤਾ। ਤੇ ਭਗਤ ਰਵਿਦਾਸ ਜੀ ਹੁਣੀ ਮਾਲਕ ਨੇ ਭੇਜੇ ਤੇ ਐਸੀਆਂ ਚਪੇੜਾਂ ਫਿਰ ਉਹਨਾਂ ਲੋਕਾਂ ਦੇ ਮੂੰਹ ਤੇ ਵੱਜੀਆਂ ਜਿਹੜਾ ਤੁਸੀਂ ਇਤਿਹਾਸ ਤੋਂ ਸਾਰੇ ਜਾਣੋ। ਤੇ ਉਸ ਸ਼ਹਿਰ ਦੇ ਵਾਸੀ ਬਣ ਗਏ ਜਿੱਥੋਂ ਦਾ ਆਪਾਂ ਪਾਵਨ ਸ਼ਬਦ ਸੁਣ ਰਹੇ ਸੀ, ਬੇਗਮਪੁਰਾ ਸ਼ਹਿਰ ਕੋ ਨਾਉ। ਕਿਹੜਾ ਸ਼ਹਿਰ ਆ ਜੀ ਜਿਹਨੂੰ ਬੇਗਮਪੁਰਾ ਕਹਿੰਦੇ ਆ, ਜਿੱਥੇ ਕੋਈ ਗਮ ਨਹੀਂ ਹੈ, ਜਿਹਨੂੰ ਗੁਰਬਾਣੀ ਦੇ ਅੰਦਰ ਸੱਚਖੰਡ ਕਹਿੰਦੇ ਨੇ, ਅਵਚਲ ਨਗਰ ਕਹਿੰਦੇ ਨੇ, ਪ੍ਰਲੋਕ ਕਹਿੰਦੇ ਨੇ, ਦਰਗਾਹ ਕਹਿੰਦੇ ਨੇ। ਜਿਹੜੇ ਜੀਵ ਉੱਥੇ ਪਹੁੰਚਣਾ ਸਿੱਖ ਜਾਂਦੇ ਉਹ ਫਿਰ ਦੁਨੀਆ ਦੇ ਵਿੱਚ ਆਪਦੇ ਜੀਵਨ ਨੂੰ ਨਿਰਭਉ ਔਰ ਨਿਰਵੈਰ ਹੋ ਕੇ ਵਿਚਰਦੇ, ਨਾ ਉਹ ਕਿਸੇ ਨਾਲ ਵੈਰ ਰੱਖਦੇ ਤੇ ਨਾ ਕਿਸੇ ਤੋਂ ਡਰਦੇ। ਇਹੀ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਿ ਸਾਡਾ ਮਾਰਗ ਹੀ ਐਸਾ ਹੈ, ਨਾ ਅਸੀਂ ਕਿਸੇ ਨੂੰ ਡਰਾਉਂਦੇ ਹਾਂ ਤੇ ਨਾ ਅਸੀਂ ਕਿਸੇ ਦਾ ਭੈ ਮੰਨਦੇ ਹਾਂ। ਤੇ ਪਾਤਸ਼ਾਹ ਦੇ ਨਾਲ ਰਹਿਣ ਵਾਲੇ ਗੁਰਮੁਖਾਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਭਾਈ ਮਤੀ ਦਾਸ ਹੋਣੀ, ਸਤੀ ਦਾਸ ਹੋਣੀ, ਦਿਆਲ ਦਾਸ ਹੋਣੀ, ਤੇ ਕੈਸਾ ਵੀ ਜੀਵਨ, ਕਿੱਡੀ ਕਿੱਡੀ ਕੁਰਬਾਨੀ ਕਰ ਦਿੱਤੀ ਗਈ। ਤੇ ਜਦੋਂ ਅਸੀਂ ਆਪਣੇ ਤੇ ਫਿਰ ਨਮੋਸ਼ੀ ਆਉਂਦੀ ਆ ਕਿ ਅਸੀਂ ਵੀ ਆਪਦੇ ਆਪ ਨੂੰ ਭਗਤ ਰਵਿਦਾਸ ਉਹਨਾਂ ਦੇ ਸਿੱਖ ਕਹਾਉਂਦੇ ਆ, ਅਸੀਂ ਵੀ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਉਹਨਾਂ ਦੇ ਵਾਰਸ ਕਹਾਉਂਦੇ ਆ। ਤੇ ਮਨਾਂ ਦੀ ਹਾਲਤ ਸਾਡੀ ਕੈਸੀ ਆ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਇਹੋ ਜਿਹੀ ਅਵਸਥਾ ਦੇ ਆਪਾਂ ਮਾਲਕ। ਤੇ ਜਾਂ ਫਿਰ ਪਤਾ ਲੱਗ ਜਾਂਦਾ ਜਦੋਂ ਆਪਣੇ ਅੰਦਰੋਂ ਆਪਾਂ ਬੋਲਦੇ ਆ। ਜੇ ਤੁਸੀਂ ਕਿਸੇ ਇਨਸਾਨ ਦੀ ਪਛਾਣ ਕਰਨੀ ਆ ਨਾ, ਉਹਦੀ ਭਾਸ਼ਾ ਤੋਂ ਪਛਾਣ ਹੋ ਜੂਗੀ। ਜਿਵੇਂ ਇੱਕ ਬਰਤਨ ਬੰਦ ਆ, ਉਹਦੇ 'ਚ ਕੋਈ ਵਸਤੂ ਆ, ਜਿੰਨਾ ਚਿਰ ਢੱਕਣ ਨਹੀਂ ਖੁੱਲ੍ਹਦਾ ਸਾਨੂੰ ਵਸਤੂ ਦੀ ਪਛਾਣ ਆਵੇਗੀ ਨਹੀਂ, ਬੰਦ ਆ ਜਿੰਨਾ ਚਿਰ। ਤੇ ਜਦੋਂ ਉਹ ਢੱਕਣ ਖੁੱਲ੍ਹਦਾ ਸਾਨੂੰ ਪਤਾ ਲੱਗ ਜੂਗਾ ਕਿ ਭਾਂਡੇ ਦੇ ਅੰਦਰ ਕਿਹੋ ਜਿਹੀ ਵਸਤੂ ਆ। ਇਸੇ ਤਰ੍ਹਾਂ ਸਾਡੇ ਸਾਰਿਆਂ ਦੇ ਮਨਾਂ ਦੇ ਅੰਦਰ ਜੋ ਵਸਿਆ ਹੋਇਆ, ਜਦੋਂ ਅਸੀਂ ਬੋਲਾਂਗੇ ਸਾਡੀ ਪਛਾਣ ਹੋ ਜੂਗੀ ਕਿ ਸਾਡੇ ਅੰਦਰ ਕੀ ਵਸਿਆ ਹੋਇਆ। ਜਿਹੜੇ ਇਨਸਾਨ ਦੇ ਅੰਦਰ ਕਾਮ ਦੀਆਂ ਲਹਿਰਾਂ ਜ਼ਿਆਦਾ ਵਸੀਆਂ ਨੇ, ਜਦੋਂ ਬੋਲੂਗਾ ਉਹ ਕਾਮ ਦੀਆਂ ਗੱਲਾਂ ਕਰੂਗਾ। ਜਿਹਦੇ ਅੰਦਰ ਕ੍ਰੋਧ ਜ਼ਿਆਦਾ ਵਸਿਆ ਹੋਇਆ, ਜਦੋਂ ਉਹ ਬੋਲੂਗਾ ਉਹ ਕ੍ਰੋਧ 'ਚ ਬੋਲੂਗਾ। ਜਿਹਦੇ ਅੰਦਰ ਲੋਭ ਜ਼ਿਆਦਾ ਵਸਿਆ ਹੋਇਆ, ਜਦੋਂ ਉਹ ਬੋਲੂਗਾ ਲੋਭ ਦੀਆਂ ਗੱਲਾਂ ਕਰੂਗਾ। ਜਿਹਦਾ ਮੋਹ ਦੀ ਫਾਹੀ ਪਈ ਹੋਈ ਆ, ਉਹ ਸਿਰਫ ਪਰਿਵਾਰ ਦੇ ਔਰ ਪਦਾਰਥਾਂ ਦੇ ਮੋਹ ਦੀ ਗੱਲ ਕਰੂਗਾ, ਹੋਰ ਕੋਈ ਗੱਲ ਕਰੂਗਾ ਨਹੀਂ। ਜਿਹਦੇ ਅੰਦਰ ਅਹੰਕਾਰ ਵਸਿਆ ਹੋਇਆ, ਜਦੋਂ ਉਹ ਬੋਲੂਗਾ ਉਹ ਹੰਕਾਰ ਦੀ ਗੱਲ ਕਰੂਗਾ। ਜਿਨ੍ਹਾਂ ਦੇ ਅੰਦਰ ਮਾਲਿਕ ਦੇ ਨਾਮ ਦਾ ਵਾਸਾ ਹੈ, ਉਹ ਜਦੋਂ ਬੋਲਣਗੇ ਪ੍ਰਮਾਤਮਾ ਦੇ ਪਿਆਰ ਦੀ ਗੱਲ ਕਰਨਗੇ। ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਦੋਂ ਬੋਲਣਗੇ ਉਹ ਨਿਮਰਤਾ ਨਾਲ ਗੱਲ ਕਰਨਗੇ। ਜਿਨ੍ਹਾਂ ਦੇ ਅੰਦਰ ਅੱਛੇ ਜੀਵਨ ਨੇ, ਚੰਗੇ ਕਰਮ ਨੇ, ਉਹ ਆਪਣਾ ਨੂੰ ਉਹੋ ਜਿਹੀ ਸੇਧ ਦੇਣ ਦਾ ਯਤਨ ਕਰਨਗੇ। ਤਾਂ ਜਦੋਂ ਉਹਨਾਂ ਗੁਰਮੁਖਾਂ ਦੇ ਜੀਵਨ ਆਪਾਂ ਪੜ੍ਹਦੇ ਹਾਂ ਕਿ ਗੁਰੂ ਦੀ ਖਾਤਰ ਆਰਿਆ ਨਾ ਚਿਰ ਜਾਣਾ ਕੋਈ ਸੌਖੀ ਗੱਲ ਨਹੀਂ। ਗੁਰੂ ਦੀ ਖਾਤਰ ਅਗਨ ਦੇ ਆਪਣਾ ਰੂਹ ਦੇ ਅੰਦਰ ਲਿਪਟ ਕੇ ਅਗਨ ਭੇਟ ਹੋ ਜਾਣਾ ਕੋਈ ਸੌਖੀ ਗੱਲ ਨਹੀਂ। ਗੁਰੂ ਦੇ ਪਿਆਰ 'ਚ ਦੇਗਾਂ ਦੇ ਅੰਦਰ ਉੱਬਲ ਜਾਣਾ ਕੋਈ ਸੌਖੀ ਗੱਲ ਨਹੀਂ। ਇਨਸਾਨ ਨੂੰ ਪਾਣੀ 'ਚ ਬਿਠਾ ਕੇ ਪਾਣੀ ਗਰਮ ਕਰ ਦੇਣਾ
ਤੇ ਹੱਡਾਂ ਦੇ ਨਾਲੋਂ ਮਾਸ ਵੱਖ ਕਰ ਦੇਣਾ ਕੋਈ ਸੌਖੀ ਗੱਲ ਨਹੀਂ। ਬੇਨਤੀ ਇੱਕ ਤਾਂ ਹੁੰਦੀ ਆ ਮਜਬੂਰੀ, ਕਿ ਕਿਸੇ ਇਨਸਾਨ ਨੂੰ ਤੁਸੀਂ ਫੜ ਲਓ, ਉਹਨੂੰ ਕੁੱਟੋ ਮਾਰੋ ਜੋ ਮਰਜ਼ੀ ਕਰੋ, ਤਸ਼ੱਦਦ ਉਹਨੂੰ ਝੱਲਣਾ ਪੈਂਦਾ ਜਦੋਂ ਕੋਈ ਉਹਦੇ ਕੋਲੇ ਰਾਹ ਹੀ ਨਹੀਂ ਹੈ। ਇੱਕ ਤੁਹਾਡੇ ਸਾਹਮਣੇ ਦੋ ਰਸਤੇ ਰੱਖੇ ਜਾਂਦੇ ਆ ਕਿ ਭਾਈ ਜਾਂ ਤਾਂ ਤੁਸੀਂ ਹੁਣ ਆਪਦੇ ਧਰਮ ਨੂੰ ਪਰਿਵਰਤਨ ਕਰ ਲਓ, ਗੁਰੂ ਤੋਂ ਬੇਮੁਖ ਹੋ ਜਾਓ, ਦੁਨੀਆ ਦੀ ਜੋ ਵਸਤੂ ਦੀ ਲੋੜ ਆ ਤੁਹਾਨੂੰ ਦੇਣ ਨੂੰ ਅਸੀਂ ਤਿਆਰ ਹਾਂ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਨੂੰ ਸਜ਼ਾ ਮੌਤ ਦੀ ਦਿੱਤੀ ਜਾਊਗੀ। ਸਜ਼ਾ ਵੀ ਐਸੀ ਜਿਹਨੂੰ ਵੇਖ ਕੇ ਮੌਤ ਵੀ ਕੰਬ ਜੇ। ਉੱਥੇ ਫੈਸਲਾ ਲੈਣਾ ਸੌਖਾ ਨਹੀਂ। ਅੱਜ ਆਪਣੇ ਈਸਾ ਜੀ ਦੇ ਜਿਹੜੇ ਪੈਰੋਕਾਰ ਨੇ ਬੜਾ ਜ਼ੋਰ ਔਰ ਸ਼ੋਰ ਦੇ ਨਾਲ ਵਿਦੇਸ਼ਾਂ ਵਿੱਚ ਵੀ ਦੇਸ਼ਾਂ ਵਿੱਚ ਵੀ ਆਪਣੇ ਵੀ ਪ੍ਰਚਾਰ ਕਰ ਰਹੇ ਆ। ਮਾੜੇ ਨਹੀਂ, ਬਹੁਤ ਚੰਗੇ ਆ। ਪਰ ਜਦੋਂ ਉਹਨਾਂ ਦਾ ਗੁਰਮੁਖੋ ਆਪਾਂ ਇਤਿਹਾਸ ਪੜ੍ਹਦੇ ਆ, ਜਦੋਂ ਈਸਾ ਜੀ ਨੂੰ ਸੂਲੀ ਤੇ ਟੰਗਿਆ, ਉਹਨੂੰ ਟੰਗ ਕੇ ਉਹਦੇ ਹੱਥਾਂ 'ਚ ਕਿੱਲ ਗੱਡ ਦਿੱਤੇ ਗਏ। ਕਿੱਲ ਉਹਦੇ ਨਾਲ ਉਹਦੇ 13 ਚੇਲੇ ਗਏ। 13 ਚੇਲੇ। ਉਹ ਚੇਲਿਆਂ ਨੂੰ ਪੁੱਛਿਆ ਗਿਆ, ਕਹਿੰਦੇ ਜੀ ਜੇ ਤਾਂ ਤੁਸੀਂ ਆਪਦੇ ਗੁਰੂ ਦੇ ਪਿੱਛੇ ਜਾਣਾ ਤਾਂ ਤੁਹਾਡੇ ਨਾਲ ਵੀ ਇਹੀ ਹਾਲ ਕਰਾਂਗੇ, ਕਿੱਲ ਗੱਡਾਂਗੇ ਟੰਗ ਕੇ। ਮਨਜ਼ੂਰ ਆ? ਜੇ ਤੁਸੀਂ ਨਹੀਂ ਇਹ ਸਜ਼ਾ ਝੱਲ ਸਕਦੇ ਤਾਂ ਆਪਦੇ ਗੁਰੂ ਤੋਂ ਬੇਮੁਖ ਹੋ ਕੇ ਵਾਪਸ ਜਾਓ। ਉਹ 13 ਦੇ 13 ਵਾਪਸ ਹੋ ਗਏ ਸੀ ਉੱਥੋਂ, ਤੇ ਈਸਾ ਜੀ ਦੇ ਹੰਝੂ ਆਏ। ਤੇ ਉਹ ਸਜ਼ਾ ਦੇਣ ਵਾਲੇ ਜਲਾਦ ਪੁੱਛਦੇ ਆ, ਕਹਿੰਦੇ ਜੀ ਕੀ ਗੱਲ, ਪੀੜ ਲੱਗਦੀ ਹੈ ਜਦੋਂ ਕਿੱਲ ਲਾਉਂਦੇ ਹੋ? ਕਹਿੰਦਾ ਨਹੀਂ। ਫਿਰ ਰੋਂਦੇ ਹੋ? ਕਹਿੰਦਾ ਰੋਂਦਾ ਤਾਂ ਮੈਂ ਇਸ ਕਰਕੇ ਆ ਕਿ ਜਿਹੜੇ ਮਿਸ਼ਨ ਲਈ ਮੈਂ ਸਾਰੀ ਜ਼ਿੰਦਗੀ ਲਾਈ, ਇੱਕ ਵੀ ਚੇਲਾ ਮੇਰੇ ਮਗਰ ਪਾਸ ਨਹੀਂ ਹੋ ਸਕਿਆ। ਜੇ ਮੈਂ ਨਾ ਭੁੱਲਦਾ ਹੋਵਾਂ ਤਾਂ ਚੰਡੀਗੜ੍ਹ ਬਣਿਆ ਹੋਇਆ, ਉੱਥੇ 13 ਸੈਕਟਰ ਨਹੀਂ ਬਣਿਆ। 13 ਦੀ ਗਿਣਤੀ ਨੂੰ ਉਹ ਮਾੜਾ ਸਮਝਦੇ ਆ। ਇੱਥੋਂ ਤੱਕ ਵੀ ਦੱਸਿਆ ਜਿਹੜੀ ਬ੍ਰਿਟਿਸ਼ ਏਅਰਲਾਈਨ ਜਹਾਜ਼ ਚੱਲਦੇ ਆ, ਉਹਦੇ 'ਚ 13 ਨੰਬਰ ਸੀਟ ਵੀ ਨਹੀਂ ਰੱਖਦੇ। ਉਹ ਇੰਨਾ 13 ਦੇ ਅੰਕ ਨੂੰ ਉਹ ਮਾੜਾ ਗਿਣਦੇ ਆ। ਦੂਸਰੇ ਪਾਸੇ ਹੁਣ ਆ ਜਾਓ, ਆਪਾਂ ਜਿਨ੍ਹਾਂ ਪਾਤਸ਼ਾਹ ਦੀ ਯਾਦ 'ਚ ਆਪਾਂ ਬੈਠੇ ਆ, ਇਹਨਾਂ ਦੇ ਸਿੱਖਾਂ ਦੀ ਗੱਲ ਕਰਦੇ ਆ। ਆਰਿਆਂ ਨਾਲ ਬੰਨ੍ਹ ਕੇ, ਲੱਕੜਾਂ ਨਾਲ ਬੰਨ੍ਹ ਕੇ, ਲੋੜ ਤਾਂ ਹੈ ਨਹੀਂ ਸੀ ਬੰਨ੍ਹਣ ਦੀ, ਕਿਉਂਕਿ ਉਹ ਤਾਂ ਉਸ ਅਵਸਥਾ 'ਚ ਪਹੁੰਚੇ ਹੋਏ ਗੁਰਮੁਖ ਆ। ਥੋੜ੍ਹੀ ਜਿਹੀ ਆਪਾਂ ਗਹਿਰਾਈ ਵੱਲ ਚੱਲੀਏ, ਕਿੱਥੋਂ ਆਉਂਦੀ ਹੈ ਸ਼ਕਤੀ ਕਿ ਏਡੀਆਂ ਕੁਰਬਾਨੀਆਂ ਕਰ ਜਾਣੀਆਂ। ਗੁਰਮੁਖ ਪਿਆਰਿਓ, ਸਾਡਾ ਇਹ ਜਿਹੜਾ ਸਰੀਰ ਆ, ਇਹਨੂੰ ਗੁਰਬਾਣੀ ਦੇ ਅੰਦਰ ਪਿੰਡ ਕਹਿੰਦੇ ਨੇ, ਕਿਲਾ ਕਹਿੰਦੇ ਨੇ, ਗੜ੍ਹ ਕਹਿੰਦੇ ਨੇ, ਖੇਤ ਕਹਿੰਦੇ ਨੇ। ਦੂਸਰਾ ਹੈ ਸਾਡਾ ਇਹਦੇ ਅੰਦਰ ਮਨ। ਇਹ ਦੋ ਚੀਜ਼ਾਂ ਦਾ ਸੁਮੇਲ ਆ। ਇੱਕ ਸਾਡਾ ਤਨ ਹੈ ਤੇ ਇੱਕ ਸਾਡਾ ਮਨ ਹੈ। ਹੁਣ ਸਾਨੂੰ ਸਿਰਫ ਆਪਣੇ ਤਨ ਦਾ ਗਿਆਨ ਹੈ, ਮਨ ਦਾ ਗਿਆਨ ਨਹੀਂ। ਹੋ ਸਕਦਾ ਤੁਹਾਡੀ ਸੰਗਤ 'ਚ ਦਾ ਕੋਈ ਬਹੁਤ ਉੱਚੀ ਅਵਸਥਾ ਵਾਲਾ ਬੈਠਾ ਹੋਵੇ, ਪਰ ਜ਼ਿਆਦਾਤਰ ਸੰਸਾਰ 'ਚ ਆਪਾਂ ਵੇਖਦੇ ਹਾਂ ਜੀਵ ਨੂੰ ਆਪਣੇ ਮਨ ਦਾ ਗਿਆਨ ਨਹੀਂ। ਅਸੀਂ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇੱਕ ਤਨ ਸਮਝੀ ਬੈਠੇ ਹਾਂ। ਤਨ ਨੂੰ ਅਸੀਂ ਪਾਲਣ ਦੀ ਜਾਂਦੀ ਆ, ਦੁਬਾਰਾ ਅਸੀਂ ਇਸ ਸਰੀਰ 'ਚ ਪ੍ਰਵੇਸ਼ ਨਹੀਂ ਕਰ ਸਕਾਂਗੇ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿੰਦੇ ਆ ਮੌਤ ਹੋ ਗਈ, ਡੈਥ ਹੋ ਗਈ। ਕਿਉਂਕਿ ਗੁਰਬਾਣੀ ਜਦੋਂ ਪੜ੍ਹਦੇ ਆ, ਮਹਾਰਾਜ ਸਮਝਾ ਰਹੇ ਇੱਕ ਗੰਢ ਛਿਜੈ ਦੇ ਖੁੱਲੇ ਇੱਕ ਗੰਢ। ਜਿਉਂ ਹੀ ਇੱਥੋਂ ਗੰਢ ਖੁੱਲ ਗਈ, ਅਸੀਂ ਇਹ ਦੇਹ ਨੂੰ ਛੱਡ ਜਾਣਾ ਹੁੰਦਾ। ਉਹ ਤਾਂ ਹਰੇਕ ਦੀ ਖੁੱਲੇਗੀ। ਪਰ ਜਿਹੜੇ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਉੱਚਾ ਚੱਕਣਾ ਸਿੱਖ ਲਿਆ, ਇਹ ਸਰੀਰ ਦੇ ਅੰਦਰ ਰਹਿੰਦਿਆਂ ਭਗਤੀ ਦਾ ਜਿਹੜਾ ਮਾਰਗ ਹੈ ਉਹਦੇ ਤੇ ਚੱਲ ਕੇ ਆਪਣੇ ਮਨ ਨੂੰ ਉੱਚਾ ਚੁੱਕਣਾ ਸਿੱਖ ਲਿਆ। ਇੱਕ ਬੇਨਤੀ ਹੋਰ, ਸਾਡਾ ਸਰੀਰ ਨਹੀਂ ਦੁੱਖ ਮੰਨਦਾ, ਸਾਡਾ ਮਨ ਦੁੱਖ ਮੰਨਦਾ, ਜਿਹਦਾ ਪ੍ਰੈਕਟੀਕਲ ਆਪਾਂ ਸਾਰੇ ਹੀ ਕਰ ਸਕਦੇ ਹਾਂ ਬੜੇ ਸੌਖੇ ਤਰੀਕੇ ਦੇ ਨਾਲ। ਗੁਰਮੁਖ ਪਿਆਰਿਓ, ਜਦੋਂ ਅਸੀਂ ਸੌਂ ਜਾਂਦੇ ਹਾਂ, ਚਾਹੇ ਦਿਨੇ ਸੌਂ ਜਾਓ ਤੇ ਚਾਹੇ ਰਾਤ ਨੂੰ ਸੌਂ ਜਾਓ, ਨੀਂਦ ਆਉਣ ਤੋਂ ਬਾਅਦ
ਸਾਡੇ ਇਹ ਸਰੀਰ ਨੂੰ ਜਿੰਨਾ ਮਰਜ਼ੀ ਦਰਦ ਹੋ ਰਿਹਾ ਹੋਵੇ, ਇੱਥੋਂ ਤੱਕ ਸਾਡੇ ਸਰੀਰ ਦਾ ਕੋਈ ਅੰਗ ਕੱਟਿਆ ਵੱਢਿਆ ਵੀ ਹੋਵੇ, ਕਿਸੇ ਨੂੰ ਪੀੜ ਰਹਿੰਦੀ ਆ ਜੀ? ਨੀਂਦ ਆਉਣ ਤੋਂ ਬਾਅਦ ਪੀੜ ਹੀ ਨਹੀਂ ਰਹਿੰਦੀ। ਕਿਸੇ ਨੂੰ ਆ ਸੰਸਾਰ ਦਾ ਚੇਤਾ ਰਹਿੰਦਾ ਜੀ? ਕਿਸੇ ਨੂੰ ਆਪਦੇ ਪਰਿਵਾਰ ਦਾ ਚੇਤਾ ਰਹਿੰਦਾ? ਸਾਡੇ ਘਰਾਂ 'ਚ ਭਾਵੇਂ ਅਰਬਾਂ ਖਰਬਾਂ ਰੁਪਈਏ ਪਏ ਹੋਣ, ਨੀਂਦ ਆਉਣ ਤੋਂ ਬਾਅਦ ਸਾਡਾ ਕਿਸੇ ਨਾਲ ਕੋਈ ਸੰਬੰਧ ਰਹਿੰਦਾ ਨਹੀਂ। ਕਿਸੇ ਨੂੰ ਆਪਦੇ ਪਰਿਵਾਰ ਦਾ ਨਹੀਂ ਸੰਬੰਧ, ਸੰਸਾਰ ਦਾ ਨਹੀਂ ਸੰਬੰਧ। ਵੇਖੋ, ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਨਾਂ ਦੱਸੇ ਬਾਹਰ ਰਾਤ ਕੱਟਿਆ ਵੇ, ਅਸੀਂ ਬੜਾ ਖਪਦੇ ਹਾਂ, ਲੜਾਈਆਂ ਝਗੜੇ ਵੀ ਕਰ ਲੈਂਦੇ ਹਾਂ। ਅਸੀਂ ਰਾਤ ਨੂੰ ਸਾਰੇ ਸੌਂ ਗਏ, ਇੱਕੋ ਘਰ ਦੇ ਅੰਦਰ ਸੌਂ ਗਏ, ਸੁਪਨੇ ਦੇ ਅੰਦਰ ਕੋਈ ਕਿੱਥੇ ਚਲਿਆ ਗਿਆ, ਕੋਈ ਕਿੱਥੇ ਚਲਿਆ ਗਿਆ, ਕੋਈ ਮਾੜੇ ਚੰਗੇ ਕਰਮ ਵੀ ਕਰਿਆ, ਕਿਸੇ ਨੂੰ ਪਤਾ ਲੱਗਦਾ ਜੀ? ਨਹੀਂ ਪਤਾ ਲੱਗਦਾ। ਕਿਉਂ? ਸਾਨੂੰ ਭੇਦ ਨਹੀਂ ਆਇਆ ਸਾਡੇ ਜੀਵਨ ਦਾ ਕਿ ਅਸੀਂ ਹੈ ਕੌਣ। ਤੇ ਜਿਨ੍ਹਾਂ ਗੁਰਮੁਖਾਂ ਨੇ ਇਹ ਭੇਦ ਨੂੰ ਲੈ ਲਿਆ, ਅੱਜ ਸੰਸਾਰ ਰੋਗੀ ਆ ਸਾਰਾ। ਕੋਈ ਵਿਰਲੇ ਵਿਰਲੇ ਇਨਸਾਨ ਹੋਣਗੇ ਜਿਨ੍ਹਾਂ ਦੇ ਤਨ ਨੂੰ ਕੋਈ ਰੋਗ ਨਹੀਂ। ਹਰੇਕ ਦੇ ਬੈਗ ਦੇ ਅੰਦਰ ਦਵਾਈਆਂ ਨੇ, ਘਰਾਂ 'ਚ ਮਾੜੇ ਮੈਡੀਕਲ ਜਿੰਨੀਆਂ ਦਵਾਈਆਂ ਨੇ। ਸੁਖਵਿੰਦਰ ਸਿੰਘ ਹੋਣੀ ਨਾਲ ਹੋਮੋਪੈਥੀ ਦਾ ਇਲਾਜ ਵੀ ਕਰਦੇ ਆ। ਜਦੋਂ ਇਹਨਾਂ ਨੂੰ ਫੋਨ ਕਰੋ, ਇਹ ਦਵਾਈ ਦੇ ਰਹੇ ਹੁੰਦੇ ਆ ਕਿਸੇ ਨਾ ਕਿਸੇ ਨੂੰ। ਹਾਲਤ ਆਪਣੀ, ਅਸੀਂ ਭਾਲਦੇ ਹਾਂ ਆਪਦਾ ਨਿਰੋਗ ਜੀਵਨ, ਕਿ ਸਾਡਾ ਜਿਹੜਾ ਸਰੀਰ ਆ ਇਹ ਰੋਗ ਰਹਿਤ ਹੋ ਜੇ। ਯਤਨ ਹੋ ਰਹੇ ਹਨ ਜੀ, ਵਿਗਿਆਨ ਵੀ ਯਤਨ ਕਰ ਰਿਹਾ, ਅਸੀਂ ਆਪਣੀ ਖੁਰਾਕ ਸੁਧਾਰਨ ਦਾ ਵੀ ਯਤਨ ਕਰ ਰਹੇ ਹਾਂ। ਅਸੀਂ ਹੋ ਗਏ ਰੋਗ ਰਹਿਤ? ਨਹੀਂ ਹੋਏ, ਤੇ ਨਾ ਅਸੀਂ ਹੋ ਸਕਾਂਗੇ। ਜਿੱਥੇ ਫਿਰ ਸਾਡਾ ਗਿਆਨ ਤੇ ਵਿਗਿਆਨ ਖਤਮ ਹੋ ਜਾਂਦਾ, ਉੱਥੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਸ਼ੁਰੂ ਹੁੰਦਾ। ਸਾਨੂੰ ਦੱਸਿਆ ਜਾਂਦਾ ਕਿ ਭਾਈ ਤੁਹਾਡੇ ਇਹ ਸਰੀਰ ਨੂੰ ਰੋਗ ਲੱਗਦੇ ਕਿਉਂ ਆ। ਗੁਰੂ ਨਾਨਕ ਪਾਤਸ਼ਾਹ ਫਿਰ ਬੜੇ ਪਿਆਰ ਨਾਲ ਸਾਨੂੰ ਸਮਝਾਉਂਦੇ, ਕਹਿੰਦੇ ਖਾਸਮ ਬਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਬੈਦ ਨਾ ਭੋਲੇ ਦਾਰੂ ਲਾਏ। ਫੈਸਲਾ ਦੇਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿ ਜਦੋਂ ਤੁਸੀਂ ਆਪਣੇ ਮਾਲਕ ਖਸਮ ਨੂੰ ਭੁੱਲੋਗੇ, ਖਸਮ ਬਸਾਰ ਕਰੋਗੇ ਕਿ ਕੀਏ ਰਸ ਭੋਗ, ਸਿਰਫ ਆ ਸੰਸਾਰ ਦੇ ਪਦਾਰਥਾਂ ਦੇ ਰਸਾਂ ਤੇ ਭੋਗਾਂ ਦੇ ਅੰਦਰ ਤੁਸੀਂ ਜ਼ਿਆਦਾ ਆਪਦਾ ਧਿਆਨ ਦੇ ਦਿਓਗੇ। ਹੋਊਗਾ ਕਿ ਤਾਂ ਤਨ ਉੱਠ ਖਲੋਏ ਰੋਗ, ਤੁਹਾਡੇ ਤਨ ਦੇ ਅੰਦਰ ਰੋਗ ਪੈਦਾ ਹੋ ਜਾਣਗੇ। ਅੱਜ ਤਾਂ ਵਿਗਿਆਨ ਵਾਲਿਆਂ ਨੇ ਵੀ ਥੋੜੀ ਜਿਹੀ ਕੋਸ਼ਿਸ਼ ਕੀਤੀ ਆ। ਉਹ ਕਹਿੰਦੇ ਜੀ ਰੋਗ ਪਹਿਲਾਂ ਤੁਹਾਡੇ ਮਨ ਤੋਂ ਸ਼ੁਰੂ ਹੁੰਦਾ, ਬਾਅਦ ਦੇ ਅੰਦਰ ਤੁਹਾਡੇ ਤਨ 'ਚ ਹੁੰਦਾ, ਜਿਹਨੂੰ ਉਹ ਡਿਪਰੈਸ਼ਨ ਕਹਿੰਦੇ ਆ, ਚਿੰਤਾ ਕਹਿੰਦੇ ਆ। ਚਿੰਤਾ ਨਾ ਕਰੋ ਤੇ ਕਰੀ ਸਾਰੇ ਜਾਂਦੇ ਆ। ਚਿੰਤਾ ਗੱਲਾਂ ਨਾਲ ਤਾਂ ਹਟਦੀ ਨਹੀਂ ਜੀ, ਇੱਕ ਦੂਸਰੇ ਨੂੰ ਕਹੀ ਵੀ ਜਾਂਦੇ ਆ, ਕਰੀ ਵੀ ਸਾਰੇ ਜਾਂਦੇ ਆ। ਤੇ ਚਿੰਤਾ ਤੋਂ ਮੁਕਤ ਹੋਣ ਦਾ ਜੋ ਢੰਗ ਪਾਤਸ਼ਾਹ ਦੱਸਦੇ ਆ, ਉਹਨੂੰ ਅਸੀਂ ਅਪਣਾਉਂਦੇ ਨਹੀਂ। ਮਹਾਰਾਜ ਗੁਰਬਾਣੀ ਸਮਝਾਉਂਦੇ ਨੇ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ। ਹੁਣ ਐਸਾ ਹੀ ਗਿਆਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਦੇ ਰਹੇ ਆ ਕਿ ਖਸਮ ਬਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਕਿਉਂ ਲਾਏ ਜਾਂਦੇ ਆ ਜੀ ਰੋਗ? ਪਾਤਸ਼ਾਹ ਕਹਿੰਦੇ ਕਈ ਵਾਰ ਤੁਹਾਡਾ ਭਲਾ ਹੋ ਜਾਂਦਾ ਜਦੋਂ ਤੁਹਾਨੂੰ ਕੋਈ ਦੁੱਖ ਆਉਂਦਾ। ਕਿਉਂ ਲਾਏ ਜਾਂਦੇ ਆ? ਦੇਖੋ, ਰੋਗ ਸਾਡੇ ਤਨ ਨੂੰ ਲੱਗਿਆ ਤੇ ਦੁਖੀ ਸਾਡਾ ਮਨ ਹੋ ਰਿਹਾ। ਮਨ ਅੰਧੇ ਕੋ ਮਿਲੇ ਸਜਾਏ। ਪਾਤਸ਼ਾਹ ਕਹਿੰਦੇ ਰੋਗ ਤੁਹਾਡੇ ਤਨ ਨੂੰ ਲੱਗ ਗਿਆ, ਸਜ਼ਾ ਮਨ ਭੋਗ ਰਿਹਾ। ਜੇ ਉਦੋਂ ਸੰਗਤ ਕਰਕੇ ਸਾਨੂੰ ਥੋੜੀ ਜਿਹੀ ਸੋਝੀ ਆ ਜੇ ਤਾਂ ਇਹੀ ਦੁੱਖ ਸਾਡੇ ਲਈ ਦਵਾਈ ਦਾ ਕਾਰਨ ਬਣ ਜਾਂਦੇ ਆ। ਦੁੱਖ ਦਾਰੂ ਸੁੱਖ ਰੋਗ ਭਇਆ। ਜੇ ਅਸੀਂ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਬਾਣੀ ਦਾ ਗਿਆਨ ਰੱਖਦੇ ਹਾਂ ਕਿ ਕਾਰਨ ਕੀ ਆ ਰੋਗ ਲੱਗਣ ਦਾ, ਇੱਕੋ ਹੀ ਕਾਰਨ ਆ ਨਾ ਕਿ ਅਸੀਂ ਆਪਣੇ ਮਾਲਕ ਨੂੰ ਆਪਦੇ ਚਿੱਤ 'ਚੋਂ ਭੁਲਾਉਣਾ ਸ਼ੁਰੂ ਹੋ ਜਾਂਦਾ। ਜਿਹੜੇ ਜੀਵ ਨੂੰ ਉਹ ਆਉਣਾ ਸ਼ੁਰੂ ਹੋ ਗਿਆ, ਉਹ ਫਿਰ ਇਹ ਦੁੱਖਾਂ ਤੋਂ ਮੁਕਤੀ ਪਾ ਲੈਂਦਾ। ਜੇ ਨਹੀਂ ਆਇਆ ਤਾਂ ਅਸੀਂ ਰੋਜ਼ ਬਾਣੀ ਪੜ੍ਹਦੇ ਖਿਆਲ ਰੱਖਦੇ ਹਾਂ ਕਿ ਜਿਨ ਹਰ 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 ਰਸ
ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਨੌਵੇਂ ਪਾਤਸ਼ਾਹ ਦੇ ਬਚਨ ਸ਼ਲੋਕ ਦੇ ਆਪਾਂ ਭੋਗ ਦੇ ਸੁਣਦੇ ਆ। ਸ਼ੁਰੂਆਤ ਹੀ ਇੱਥੋਂ ਹੁੰਦੀ ਆ ਕਿ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਇੱਕ ਤਾਂ ਸਾਨੂੰ ਗਿਆਨ ਦਿੱਤਾ ਜਾ ਰਿਹਾ, ਦੂਸਰੇ ਪਾਸੇ ਸਾਨੂੰ ਪ੍ਰੈਕਟੀਕਲ ਕਰਕੇ ਵੀ ਵਿਖਾਇਆ ਕਿ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਗੱਲ ਮੰਨੀ ਉਹਨਾਂ ਤੇ ਏਡੀਆਂ ਵੱਡੀਆਂ ਮੁਸ਼ਕਲਾਂ ਵੀ ਆਈਆਂ। ਐਸੀ ਮੁਸ਼ਕਲ ਤਾਂ ਆਪਣੇ ਤੇ ਕਿਸੇ ਤੇ ਹੈ ਨਹੀਂ ਜੀ ਕਿ ਸਾਨੂੰ ਕੋਈ ਆਰੇ ਨਾਲ ਚੀਰ ਦੇਵੇ। ਐਸੀ ਮੁਸ਼ਕਲ ਤਾਂ ਸਾਡੇ ਜੀਵਨ 'ਚ ਅਜੇ ਆਈ ਨਹੀਂ ਕਿ ਸਾਨੂੰ ਕੋਈ ਹੁਕਮ ਦੇ ਦੇਵੇ ਕਿ ਰੂੰ 'ਚ ਲਪੇਟ ਕੇ ਇਹਨੂੰ ਅੱਗ ਲਾ ਦਿਓ। ਐਸੀ ਮੁਸ਼ਕਲ ਤਾਂ ਸਾਡੇ ਜੀਵਨ 'ਚ ਨਹੀਂ ਅਜੇ ਆਈ ਕਿ ਸਾਨੂੰ ਪਾਣੀ 'ਚ ਬਿਠਾ ਕੇ ਥੱਲੇ ਅੱਗ ਢਾ ਕੇ ਪਾਣੀ ਨੂੰ ਇੰਨਾ ਤੱਤਾ ਕਰ ਦਈਏ ਕਿ ਅਸੀਂ ਸਾਡਾ ਹੱਡੀਆਂ ਨਾਲੋਂ ਮਾਸ ਵੱਖ ਹੋ ਕੇ ਸਾਡੀ ਮੌਤ ਹੋਵੇ। ਫਿਰ ਪ੍ਰੈਕਟੀਕਲ ਕਰਕੇ ਵਿਖਾਏ ਗਏ। ਦਸਵੇਂ ਆਕਾਸ਼। ਤੇ ਇੱਕ ਬੇਨਤੀ ਮੈਂ ਹੋਰ ਸਾਂਝੀ ਕਰ ਲਾਂ, ਜਦੋਂ ਭਵ ਸਾਗਰ ਸ਼ਬਦ ਆਉਂਦਾ ਕਈ ਵਾਰ ਨਾ ਸਾਡੇ ਮਨਾਂ 'ਚ ਇੱਕ ਵਿਚਾਰ ਜਿਹਾ ਬਣ ਜਾਂਦਾ ਵੀ ਇਹ ਕੋਈ ਬਹੁਤ ਵੱਡਾ ਪਾਣੀ ਦਾ ਬਣਿਆ ਹੋਇਆ ਸਾਗਰ ਹੋਊਗਾ ਜਿਹਨੂੰ ਅਸੀਂ ਪਾਰ ਕਰਨਾ। ਪਾਣੀ ਦਾ ਸਾਗਰ ਨਹੀਂ ਹੈ। ਕਿਹੜਾ ਸਾਗਰ ਹੈ? ਸਾਡੇ ਵਿਚਾਰਾਂ ਦਾ ਸਾਗਰ। ਜੇ ਪਾਣੀ ਦਾ ਸਾਗਰ ਹੁੰਦਾ ਤਾਂ ਹੁਣ ਨੂੰ ਪਾਰ ਕਰ ਜਾਂਦੇ ਆ। ਕਿੱਡੇ ਕਿੱਡੇ ਸਾਧਨ ਨੇ, ਹਵਾਈ ਜਹਾਜ਼ ਨੇ, ਸਮੁੰਦਰੀ ਜਹਾਜ਼ ਨੇ, ਤੇ ਇਹਦੇ ਅੰਦਰ ਸਾਡਾ ਸਰੀਰ ਨਹੀਂ ਡੁੱਬ ਰਿਹਾ। ਸਰੀਰ ਡੁੱਬਦਾ ਹੁੰਦਾ ਤਾਂ ਹੁਣ ਨੂੰ ਪਾਰ ਹੋ ਜਾਂਦੇ। ਤੇ ਫਿਰ ਕਿਹੜਾ ਭਵ ਸਾਗਰ ਆ ਜੀ? ਗਿਆਨ ਲੈਣਾ ਪਊਗਾ ਨਾ ਸਾਨੂੰ ਕਿ ਕਿਹੜਾ ਭਵ ਸਾਗਰ ਆ, ਅਸੀਂ ਉਹ 'ਚ ਡੁੱਬਦੇ ਕਿਵੇਂ ਆ। ਜਾਂ ਜਿਹੜਾ ਰੋਜ਼ ਦੋਹਰਾ ਪੜ੍ਹਦੇ ਆ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ, ਗੁਰ ਪਾਰ ਉਤਾਰਨ ਹਾਰ। ਅਸੀਂ ਡੁੱਬੇ ਕਿੱਥੇ ਆ ਤੇ ਵਾਹਿਗੁਰੂ ਦੇ ਨਾਮ ਦਾ ਜਹਾਜ਼ ਕਿਵੇਂ ਆ, ਕਿਵੇਂ ਅਸੀਂ ਉਹਦੇ ਤੇ ਸਵਾਰੀ ਕਰਨੀ ਆ ਤੇ ਕਿਵੇਂ ਅਸੀਂ ਉਹਦੇ ਤੋਂ ਪਾਰ ਹੋਣਾ। ਤਿੰਨ ਤਰ੍ਹਾਂ ਦੇ ਸਾਗਰ ਨੇ ਜਿਨ੍ਹਾਂ ਨੂੰ ਮਿਲਾ ਕੇ ਭਵ ਸਾਗਰ ਬਣਦਾ। ਇੱਕ ਹੈ ਸੁਖ ਸਾਗਰ, ਇੱਕ ਹੈ ਅਗਨ ਸਾਗਰ, ਇੱਕ ਹੈ ਬਿਖ ਸਾਗਰ। ਬਿਖ ਕਹਿੰਦੇ ਆ ਜੀ ਜ਼ਹਿਰ ਨੂੰ। ਤੇ ਤਿੰਨ ਗੁਣ ਸਾਨੂੰ ਦੱਸੇ ਨੇ ਜਿਹੜੇ ਬਾਣੀ ਪੜ੍ਹਨ ਵਾਲੇ ਗੁਰਮੁਖੋਂ ਧਿਆਨ 'ਚ ਰਿਓ, ਨਹੀਂ ਤਾਂ ਕਈ ਵਾਰ ਸਾਰੀ ਜ਼ਿੰਦਗੀ ਜੀ ਬਾਣੀ ਪੜ੍ਹੀ ਜਾਂਦਾ, ਭੇਦ ਆਉਂਦਾ ਨਹੀਂ। ਬਹੁਤ ਐਸੇ ਵਿਚਾਰੇ ਸੱਜਣ ਮਿਲ ਜਾਂਦੇ ਆ, 70 ਸਾਲ ਦੀ ਉਮਰ ਹੋ ਜਾਂਦੀ ਆ, 30 40 ਸਾਲ ਹੋ ਜਾਂਦੇ ਆ ਧਰਮ ਦੇ ਰਸਤੇ ਚੱਲਦਿਆਂ ਨੂੰ। ਜਦੋਂ ਪੁੱਛਦੇ ਆ ਭਾਈ ਸਾਹਿਬ ਰੋਜ਼ ਪੜ੍ਹੀ ਜਾਂਦੇ ਆ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ। ਵੀ ਇਹ ਤਿੰਨ ਗੁਣ ਕਿਹੜੇ ਆ ਜੀ? ਰੋਜ਼ ਪੜ੍ਹੀ ਜਾਂਦੇ ਆ, ਭਉ ਜਲ ਬਿਖਮਸ ਗਾਹੋ, ਗੁਰ ਸ਼ਬਦੀ ਪਰ ਪਾਹੇ। ਭਉ ਜਲ ਬਿਖਮ ਡਰਾਵਣੋ, ਨਾ ਕੰਧੀ ਤੇ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਝ ਮਲਾਰ। ਥੋੜਾ ਜਿਹਾ ਸਮਝਾਓ, ਆਪਾਂ ਸਮਝਣਾ ਸਾਰਿਆਂ ਨੇ। ਗੁਰਮੁਖ ਪਿਆਰਿਓ, ਤਿੰਨ ਗੁਣ ਨੇ ਜਿਨ੍ਹਾਂ ਨੂੰ ਸਤੋ ਗੁਣ ਦਾ ਨਾਮ ਦਿੱਤਾ ਗਿਆ, ਰਜੋ ਗੁਣ ਦਾ ਨਾਮ ਦਿੱਤਾ ਗਿਆ ਔਰ ਤਮੋ ਗੁਣ ਦਾ ਨਾਮ ਦਿੱਤਾ ਗਿਆ। ਜਿਨ੍ਹਾਂ ਦੇ ਅੰਦਰ ਸਾਡਾ ਸਾਰਿਆਂ ਦਾ ਮਨ ਡੁੱਬਿਆ ਰਹਿੰਦਾ। ਕਈ ਵਾਰ ਅਸੀਂ ਬਾਣੀ ਦਾ ਪਾਠ ਕਰਦੇ ਵੀ ਇਹ ਭਵ ਸਾਗਰ ਦੇ ਅੰਦਰ ਡੁੱਬ ਜਾਂਦੇ ਆ। ਸੰਗਤ ਦੇ ਵਿੱਚ ਬੈਠੇ ਆ ਪਾਤਸ਼ਾਹ ਦੀ ਹਜ਼ੂਰੀ 'ਚ, ਇੱਥੇ ਵੀ ਜੇ ਨਾ ਸਮਝੇ ਅਸੀਂ ਭਵ ਸਾਗਰ 'ਚ ਡੁੱਬ ਜਾਂਦੇ ਆ। ਸਾਡੇ ਵਰਗੇ ਕਥਾ ਕਰਦੇ ਆ, ਭਾਈ ਸੁਖਵਿੰਦਰ ਹੋਣੀ ਕੀਰਤਨ ਕਰਦੇ ਆ, ਕਈ ਵਾਰ ਸਾਡੇ ਤੇ ਵੀ ਭਾਰੂ ਹੋ ਜਾਂਦਾ ਕੰਮ, ਅਸੀਂ ਵੀ ਇਹ ਭਵ ਸਾਗਰ 'ਚ ਡੁੱਬ ਜਾਂਦੇ ਆ। ਭਵ ਸਾਗਰ ਹੈ ਕੀ? ਤਿੰਨ ਗੁਣ ਨੇ। ਇੱਕ ਨੂੰ ਸਤੋ ਗੁਣ ਕਹਿੰਦੇ ਆ। ਜਦੋਂ ਸਾਡੇ ਮਨ ਦੇ ਅੰਦਰ ਵਧੀਆ ਵਿਚਾਰ ਚੱਲਦੇ ਆ, ਜਿਨ੍ਹਾਂ ਦੇ ਅੰਦਰ ਦਇਆ, ਧਰਮ, ਸਹਿਣਸ਼ੀਲਤਾ, ਨਿਮਰਤਾ, ਜਸ, ਸੰਤੋਖ, ਜਿਹੜੇ ਧਰਮ ਦੇ ਰਸਤੇ ਚੱਲ ਕੇ ਸਾਨੂੰ ਪ੍ਰਾਪਤ ਹੁੰਦੇ ਆ, ਇਹਨਾਂ ਨੂੰ ਕਹਿੰਦੇ ਨੇ ਸਤੋ ਗੁਣ। ਔਰ ਸੁਖ ਸਾਗਰ ਵੀ ਇਹਨੂੰ ਕਹਿੰਦੇ ਆ। ਦੂਸਰਾ ਹੈ ਰਜੋ ਗੁਣ। ਤੇ ਜਿੱਥੇ ਸਾਡੇ ਮਨ ਦੇ ਅੰਦਰ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਦਾ ਜਾਲ ਚੱਲਦਾ, ਚੰਗੇ ਤੋਂ ਚੰਗਾ ਖਾਣਾ, ਚੰਗੇ ਤੋਂ ਚੰਗਾ ਪਹਿਨਣਾ, ਚੰਗੇ ਤੋਂ ਚੰਗਾ ਲੋੜਨਾ, ਬਾਦਸ਼ਾਹੀ ਖਿਆਲ, ਤੇ ਇਹਨੂੰ ਕਹਿੰਦੇ ਨੇ ਰਜੋ ਗੁਣ ਤੇ ਅਗਨ ਸਾਗਰ।
ਅਗਨ ਸਾਗਰ ਤਾਂ ਕਹਿੰਦੇ ਨੇ ਜਿਵੇਂ ਅੱਗ ਦਾ ਸੁਭਾਅ ਆ, ਅੱਗ ਕਿਤੇ ਬਾਲਣ ਨਾਲ ਰਜਦੀ ਨਹੀਂ ਹੈ। ਤੁਸੀਂ ਅੱਗ ਬਾਲ ਲਓ, ਬਾਲਣ ਉਹ ਤੇ ਪਾਈ ਚਲੋ, ਅੱਗ ਕਿਤੇ ਬਾਲਣ ਨਾਲ ਰਜਦੀ ਆ ਜੀ? ਸਾਡਾ ਮਨ ਇਹ ਦੁਨਿਆਵੀ ਪਦਾਰਥਾਂ ਨਾਲ ਰਜਦਾ ਜੀ? ਕਦੇ ਨਹੀਂ ਰਜਦਾ। ਸਾਡੀ ਤ੍ਰਿਸ਼ਨਾ ਰੂਪੀ ਅਗਨ ਨਹੀਂ ਬੁਝੇਗੀ। ਪਾਤਸ਼ਾਹ ਗੁਰਬਾਣੀ ਸਮਝਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਟ ਜੋਰੇ ਲੱਖ ਕਰੋੜੈ, ਮਨ ਨਾ ਹੋਰੈ, ਪਰੇ ਪਰੇ ਹੀ ਕੋ ਲੁੱਝੀ ਹੈ। ਜਿਵੇਂ ਹੁਣ ਅੱਗ ਬਾਲਣ ਨਾਲ ਨਹੀਂ ਰਜਦੀ, ਸਾਡਾ ਮਨ ਦੁਨਿਆਵੀ ਪਦਾਰਥਾਂ ਨਾਲ ਨਹੀਂ ਰਜਦਾ। ਇਹਨੂੰ ਕਹਿੰਦੇ ਨੇ ਅਗਨ ਸਾਗਰ। ਆਪਾਂ ਸੰਖੇਪ ਜੀ ਵਿਚਾਰ ਲੈ ਕੇ ਚੱਲਾਂਗੇ, ਨਹੀਂ ਤਾਂ ਬਹੁਤ ਲੰਬਾ ਸਮਾਂ ਚਾਹੀਦਾ। ਤੀਸਰਾ ਹੈ ਬਿਖ ਸਾਗਰ, ਜਿਹਨੂੰ ਤਮੋ ਗੁਣ ਦਾ ਨਾਮ ਦਿੱਤਾ ਗਿਆ। ਜਦੋਂ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਚੁਗਲੀ, ਨਿੰਦਿਆ, ਈਰਖਾ, ਨਫ਼ਰਤ ਇਹਦੇ ਵਿਚਾਰ ਚੱਲਦੇ ਆ, ਉਦੋਂ ਅਸੀਂ ਗੁਰਮੁਖੋਂ ਡਿੱਗਦੇ ਹਾਂ ਬਿਖ ਸਾਗਰ ਦੇ ਅੰਦਰ। ਇਹਨੂੰ ਤਮੋ ਗੁਣ ਕਹਿੰਦੇ ਨੇ। ਜਿਹੜੇ ਤਿੰਨ ਪਦਾਰਥ ਚਾਰ ਆਪਾਂ ਮੰਨਦੇ ਆ, ਉਹਨਾਂ 'ਚ ਵੀ ਤਿੰਨ ਪਦਾਰਥ ਇਹ ਆ ਜਾਂਦੇ ਆ। ਜਿਹੜਾ ਸਤੋ ਗੁਣ ਆ ਉਹਨੂੰ ਧਰਮ ਕਹਿੰਦੇ ਆ, ਜਿਹੜਾ ਰਜੋ ਗੁਣ ਆ ਇਹਨੂੰ ਅਰਥ ਕਹਿੰਦੇ ਆ, ਜਿੱਥੋਂ ਅਰਥਚਾਰਾ ਅਸੀਂ ਲੈਣਾ ਕਿਰਤ ਕਰਕੇ। ਤੇ ਜਿਹੜਾ ਕਾਮ ਆ ਪਦਾਰਥ, ਉਹ ਤਮੋ ਗੁਣ ਤੋਂ ਮਿਲਦਾ, ਕਿਉਂਕਿ ਇਹ ਵੀ ਇੱਕ ਪਦਾਰਥ ਆ ਜਿਹਦੇ ਬਗੈਰ ਸੰਸਾਰ ਦੀ ਉਤਪਤੀ ਨਹੀਂ ਹੁੰਦੀ। ਤੇ ਚੌਥਾ ਮੋਖ ਆਪਣਾ ਹੈਗਾ ਪਦਾਰਥ ਮੋਖ ਦਾ, ਜਿਹਨੂੰ ਆਪਾਂ ਪੜ੍ਹਦੇ ਹਾਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ ਗਈ। ਇਹ ਚਾਰ ਪਦਾਰਥ ਨੇ, ਤਿੰਨਾਂ ਤੇ ਅਸੀਂ ਘੁੰਮ ਰਹੇ ਹਾਂ। ਇਹਨਾਂ ਨੂੰ ਅਗਨ ਸਾਗਰ, ਬਿਖ ਸਾਗਰ ਔਰ ਸੁਖ ਸਾਗਰ ਦਾ ਨਾਂ ਦੇ ਦਿੱਤਾ ਗਿਆ। ਹੁਣ ਥੋੜਾ ਜਿਹਾ ਆਪਾਂ ਸਮਝਣਾ ਫਰਜ਼ ਕਰੋ। ਹੱਥ 'ਚ ਸਾਡੇ ਗੁਟਕਾ ਸਾਹਿਬ ਆ, ਅਸੀਂ ਗੁਰਬਾਣੀ ਦਾ ਪਾਠ ਕਰ ਰਹੇ ਹਾਂ। ਇਹ ਪਾਠ ਕਰਦੇ ਕਰਦੇ ਸਾਡੀ ਸੁਰਤੀ ਤਿੰਨੇ ਤਰ੍ਹਾਂ ਦੇ ਵਿਚਾਰਾਂ ਤੋਂ ਕਿਤੇ ਡੁੱਬੀ ਪਈ ਆ। ਚਾਹੇ ਸਤੋਗੁਣੀ ਵਿਚਾਰਾਂ 'ਚ ਡੁੱਬ ਗਈ, ਚਾਹੇ ਰਜੋਗੁਣੀ ਵਿਚਾਰਾਂ 'ਚ ਡੁੱਬ ਗਈ, ਚਾਹੇ ਤਮੋਗੁਣੀ ਵਿਚਾਰਾਂ 'ਚ ਡੁੱਬ ਪਈ। ਅਸੀਂ ਕਿੱਥੇ ਡਿੱਗ ਪਏ ਜੀ? ਬਾਣੀ ਪੜ੍ਹਦੇ ਭਵ ਸਾਗਰ 'ਚ। ਅਸੀਂ ਸੰਗਤ ਦੇ ਅੰਦਰ ਬੈਠੇ ਆ, ਪ੍ਰਮਾਤਮਾ ਦੀ ਵਿਚਾਰ ਸੁਣ ਰਹੇ ਆ, ਸਾਡੀ ਸੁਰਤੀ ਗੈਰ ਹਾਜ਼ਰ ਹੋ ਕੇ ਵਿਚਾਰਾਂ 'ਚ ਡਿੱਗ ਪਈ। ਕਿੱਥੇ ਡਿੱਗ ਪਏ? ਭਵ ਸਾਗਰ 'ਚ। ਸਾਡੀ ਤੁਸੀਂ ਬੋਲਣ ਦੀ ਡਿਊਟੀ ਲਾਈ ਆ, ਅਸੀਂ ਬੋਲਦੇ ਬੋਲਦੇ ਵਿਚਾਰਾਂ 'ਚ ਡਿੱਗ ਪਏ। ਕਿੱਥੇ ਡਿੱਗ ਪਏ? ਭਵ ਸਾਗਰ 'ਚ। ਇਹ ਸਾਰੀ ਜ਼ਿੰਦਗੀ ਇਨਸਾਨ ਇਸ ਭਵ ਸਾਗਰ ਦੇ ਅੰਦਰੋਂ ਹੀ ਨਿਕਲਦਾ ਨਹੀਂ। ਇੱਥੋਂ ਹੀ ਫਿਰ ਸਾਡਾ ਜਿਹੜਾ ਅਗਲਾ ਜਨਮ ਆ ਉਹ ਤੈਅ ਹੋ ਜਾਂਦਾ। ਜੇ ਤਾਂ ਸੁਖ ਸਾਗਰ ਤੇ ਸਾਡੇ ਸਵਾਸਾਂ ਦਾ ਅੰਤ ਹੋ ਗਿਆ ਤਾਂ ਸਾਨੂੰ ਆਕਾਸ਼ ਮੰਡਲ ਦੇ ਅੰਦਰ ਕੋਈ ਸੁੰਦਰ ਜਿਹਾ ਪੰਛੀ ਬਣਾ ਕੇ ਛੱਡ ਦਿੱਤਾ ਜਾਊਗਾ। ਜੇ ਸਾਡਾ ਰਜੋ ਗੁਣ ਦੇ ਉੱਪਰ ਸਵਾਸਾਂ ਦਾ ਅੰਤ ਹੋ ਗਿਆ, ਅਸੀਂ ਉਤਪੁਜ ਜੋ ਧਰਤੀ ਦੇ ਵਿੱਚੋਂ ਪੈਦਾ ਹੁੰਦੀ ਆ, ਇਹਦਾ ਸਾਨੂੰ ਜਨਮ ਮਿਲ ਸਕਦਾ। ਜੇ ਅਸੀਂ ਪਤਾਲ ਦੇ ਅੰਦਰ ਡਿੱਗ ਪਏ, ਬਿਖ ਸਾਗਰ ਦੇ ਅੰਦਰ ਡਿੱਗ ਪਏ, ਤਾਂ ਪਤਾਲ ਦੇ ਅਸੀਂ ਪੰਛੀ ਜੀਵ ਬਣ ਜਾਵਾਂਗੇ। ਤੇ ਜੇ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇਹਨਾਂ ਤਿੰਨੇ ਤਰ੍ਹਾਂ ਦੇ ਵਿਚਾਰਾਂ ਤੋਂ ਉੱਪਰ ਉੱਠਣਾ ਸਿੱਖ ਲਿਆ, ਜਿਹਨੂੰ ਗੁਰਬਾਣੀ ਦੇ ਅੰਦਰ ਚੌਥੇ ਪਦ ਦਾ ਨਾਮ ਦਿੱਤਾ ਗਿਆ, ਤੁਰੀਆ ਅਵਸਥਾ ਦਾ ਨਾਮ ਦਿੱਤਾ ਗਿਆ, ਭਗਤੀ ਮਾਰਗ ਦਾ ਨਾਮ ਦਿੱਤਾ ਗਿਆ, ਜਿੱਥੇ ਜਾ ਕੇ ਸਾਡੇ ਮਨ ਨੇ ਆਪਦੇ ਮੂਲ ਪਰਮਾਤਮਾ 'ਚ ਅਭੇਦ ਹੋਣਾ ਸਿੱਖ ਲੈਣਾ ਹੁੰਦਾ, ਤੇ ਫਿਰ ਗੁਰਮੁਖੋ ਅਸੀਂ ਜੀਵਨ ਮੁਕਤ ਹੋ ਜਾਂਦੇ ਹਾਂ। ਹੁਣ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ, ਇਹ 'ਚ ਪਾਤਸ਼ਾਹ ਸਮਝਾ ਰਹੇ ਆ, ਇੱਕ ਹੈ ਗਿਆਨ, ਧਰਮ ਦਾ ਸਾਨੂੰ ਲੈਣਾ ਪੈਣਾ ਆਪਦੀ ਪਛਾਣ ਕਰਨ ਵਾਸਤੇ, ਆਪਦੇ ਮੂਲ ਦੀ ਪਛਾਣ ਕਰਨ ਵਾਸਤੇ, ਤੇ ਆਪਦੇ ਅਸਲੀ ਘਰ ਦੇ ਅੰਦਰ ਪ੍ਰਵੇਸ਼ ਕਰਨ ਵਾਸਤੇ, ਜਿਹਨੂੰ ਭਗਤ ਰਵਿਦਾਸ ਜੀ ਨੇ ਬੇਗਮਪੁਰਾ ਸ਼ਹਿਰ ਕਹਿਤਾ। ਗੁਰੂ ਨਾਨਕ ਦੇ ਘਰ ਨੇ ਨਿਰੰਕਾਰ ਦਾ ਦੇਸ਼ ਕਹਿਤਾ। ਨਿਰੰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਨਾਲ ਜਾਣ ਵਾਲੇ ਗੁਰਮੁਖ ਉਹ ਥਿਰ ਘਰ ਦੇ ਵਾਸੀ ਬਣੇ ਹੋਏ ਸੀ। ਐਲਾਨ ਹੋ ਰਿਹਾ ਔਰੰਗਜ਼ੇਬ ਵੱਲੋਂ ਕਿ ਜਾਂ ਤਾਂ ਤੁਸੀਂ ਆਪਣੇ ਧਰਮ ਦੇ ਪਰਿਵਰਤਨ ਕਰ ਲਓ, ਗੁਰੂ ਤੋਂ ਬੇਮੁਖ ਹੋ ਜਾਓ, ਨਹੀਂ ਤੁਹਾਨੂੰ ਰੂਈ 'ਚ ਲਪੇਟ ਕੇ ਅਗਨ ਭੇਟ ਕਰ ਦਿਆਂਗੇ। ਨਹੀਂ ਹੋਏ ਪਾਤਸ਼ਾਹ ਦੇ ਸਨਮੁਖ ਸ਼ਹੀਦੀ ਪ੍ਰਾਪਤ ਕਰ ਗਏ। ਐਲਾਨ ਹੋ ਰਿਹਾ ਔਰੰਗਜ਼ੇਬ ਵੱਲੋਂ
ਕਿ ਤੁਸੀਂ ਆਪਦਾ ਧਰਮ ਪਰਿਵਰਤਨ ਕਰੋ, ਤੇ ਨਹੀਂ ਤੁਹਾਨੂੰ ਅਸੀਂ ਪਾਣੀ 'ਚ ਬਿਠਾ ਕੇ ਵਾਲ ਦਿਆਂਗੇ। ਸਤੀ ਆਪਣੇ ਦਿਆਲਾ ਦਾਸ ਜੀ ਨਹੀਂ ਪਰਿਵਰਤਨ ਹੋਏ, ਆਰਾਮ ਦੇ ਨਾਲ ਬੈਠੇ ਆ। ਤੁਸੀਂ ਫੋਟੋ ਵੇਖ ਸਕਦੇ ਹੋ, ਕੱਲਾ ਗਲ ਦੇਗੇ ਦੇ ਅੰਦਰ ਬਾਹਰ, ਹੇਠਾਂ ਸਰੀਰ ਪਾਣੀ ਦੇ ਨਾਲ ਉਬਲ ਰਿਹਾ ਜਿਵੇਂ ਆਲੂ ਵਾਲਿਆ ਜਾਂਦਾ। ਸਿਹਰੇ ਤੇ ਕੋਈ ਨਮੋਸ਼ੀ ਨਹੀਂ, ਬੈਠੇ ਟਿਕਟਕੀ ਲਾ ਕੇ ਆਪਣੀ ਸੁਰਤ ਨੂੰ ਇੰਨਾ ਉੱਚਾ ਚੁੱਕੀ ਬੈਠੇ ਆ, ਕੋਈ ਹੱਥ ਪੈਰ ਵੀ ਨਹੀਂ ਵੱਜ ਰਿਹਾ ਕਿ ਸਾਨੂੰ ਤਕਲੀਫ ਹੋ ਰਹੀ ਹੈ। ਭਾਈ ਮਤੀ ਦਾਸ ਉਹਨਾਂ ਦੀ ਵਾਰੀ ਆਉਂਦੀ ਆ, ਲੱਕੜਾਂ ਦੇ ਨਾਲ ਬੰਨਣ ਲੱਗੇ ਹੋ, ਕਹਿੰਦੇ ਬੰਨਣ ਦੀ ਲੋੜ ਨਹੀਂ, ਮੁੱਖ ਭਮਾਉਣਾ ਮਨਜ਼ੂਰ ਨਹੀਂ ਹੈ। ਕਰਬਤ ਭਲਾ ਨਾ ਕਰਬਟ ਤੇਰੀ, ਸਾਨੂੰ ਆਰਾ ਪਿਆਰਾ। ਤੇ ਦੱਸਿਆ ਗਿਆ ਕਿ ਸਾਡਾ ਮੁੱਖ ਗੁਰੂ ਪਿੰਜਰੇ ਵੱਲ ਹੋਣਾ ਚਾਹੀਦਾ। ਜਦੋਂ ਆਰਾ ਚੱਲੇ, ਆਰਾ ਚੱਲ ਰਿਹਾ, ਆਨੰਦ ਦੇ ਅੰਦਰ ਬੈਠੇ ਆ, ਤੇ ਜਦੋਂ ਦੋ ਫਾੜੇ, ਇੱਕ ਸਰੀਰ ਦਾ ਉਧਰ ਇੱਕ ਉਧਰ, ਦੋਨੇ ਪਾਸੇ ਡਿੱਗੇ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਤਾ ਕੀ ਬੋਲੇ। ਇੱਕ ਕਵੀ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ, ਉਹ ਕਹਿੰਦਾ ਫਾੜੇ ਦੋ ਡਿੱਗੇ ਧਰਤ ਤੇ, ਰੱਖੂ ਜਗ ਜਾਦ ਹੈ। ਕਹਿੰਦੇ ਗੁਰੂ ਤੇਗ ਬਹਾਦਰ ਤੇਰਾ ਧੰਨਵਾਦ ਹੈ ਮਤੀ ਦਾਸ, ਤੇਰਾ ਧੰਨਵਾਦ। ਐਸੇ ਗੁਰਮੁਖਾਂ ਦੀ ਕਿਹੋ ਜੀ ਅਵਸਥਾ। ਸਾਡੀ ਇੱਕ ਦੋ ਵਾਰ ਉਹਨਾਂ ਲੋਕਾਂ ਨਾਲ ਵੀ ਘੰਟਾ ਘੰਟਾ ਬੈਠ ਕੇ ਵਿਚਾਰ ਹੋਈ, ਜਿਹੜੇ ਰੱਬ ਦੀ ਸ਼ਕਤੀ ਨੂੰ ਨਹੀਂ ਮੰਨਦੇ, ਪਰਮਾਤਮਾ ਦੀ ਭਗਤੀ ਨੂੰ ਨਹੀਂ ਮੰਨਦੇ। ਹੁਣ ਤਾਂ ਬਹੁਤ ਇਹੋ ਜਿਹੇ ਪੈਦਾ ਹੋ ਗਏ, ਹੋ ਸਕਦਾ ਇਸ ਸਟੇਜ ਤੇ ਬਹਿ ਕੇ ਵੀ ਕੋਈ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਇਹੋ ਜਿਹੀਆਂ ਗੱਲਾਂ ਕਰ ਜੇ ਕਿ ਤੁਹਾਨੂੰ ਬਹੁਤੀ ਬਾਣੀ ਪੜ੍ਹਨ ਦੀ ਲੋੜ ਨਹੀਂ, ਤੁਹਾਨੂੰ ਨਾਮ ਜਪਣ ਦੀ ਲੋੜ ਨਹੀਂ। ਕਰ ਜਾਂਦੇ ਨੇ ਲੋਕ, ਕਿਉਂਕਿ ਅਸੀਂ ਜ਼ਿਆਦਾਤਰ ਜਿਹੜੇ ਜੀਵ ਆ, ਅਸੀਂ ਗੁਰਬਾਣੀ ਗੁਰੂ ਦੇ ਗਿਆਨ ਤੋਂ ਕਾਫੀ ਦੂਰ ਜਾ ਚੁੱਕੇ ਹਾਂ। ਕਿੰਨੇ ਕੁ ਸਿੱਖਾਂ ਜੀ ਜਿਨ੍ਹਾਂ ਨੇ ਸਾਰੀ ਗੁਰੂ ਗ੍ਰੰਥ ਗੱਲਾਂ ਹੋ ਜਾਂਦੀਆਂ। ਵੇਖੋ ਬੇਨਤੀ, ਆਪਾਂ ਸਾਰੇ ਆਏ ਹਾਂ, ਇੱਕ ਆਸ ਲੈ ਕੇ ਆਏ ਹਾਂ ਮਨ ਦੇ ਅੰਦਰ ਆਪਾਂ ਸਾਰੇ, ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਜੀਵਨ ਦੇ ਅੰਦਰ ਕਿਤੇ ਦੁੱਖ ਨਾ ਆਇਆ, ਕਿ ਤੁਸੀਂ ਸਤਿਗੁਰ ਦੇ ਨਾਮ ਨੂੰ ਦ੍ਰਿੜ ਕਰਿਆ ਕਰੋ। ਜੇ ਕਰੋਗੇ ਨਾ ਕੋਈ ਵਿਘਨ ਲੱਗੇ ਤੇ ਨਾ ਦੁੱਖ ਰਵੇ। ਅਸੀਂ ਕਹਿੰਦੇ ਆ ਜੀ ਸਾਡੇ ਕੋਲੇ ਤਾਂ ਸਮਾਂ ਨਹੀਂ ਹੈ। ਜਾਂ ਇਸੇ ਸਟੇਜ ਤੇ ਮੇਰੀ ਜਗ੍ਹਾ ਬਹਿ ਕੇ ਕੋਈ ਇਹ ਵੀ ਬੋਲ ਜਾਊਗਾ ਕਿ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਤੋਤਾ ਰਟਨਾ ਜੀ। ਅਸੀਂ ਇੰਨੇ ਨੀਵੇਂ ਚਲੇ ਜਾਂਦੇ ਆ, ਅਸੀਂ ਗੁਰੂ ਪਾਤਸ਼ਾਹ ਦੇ ਉਲਟ ਬੋਲਦੇ ਹੋਏ ਲੋਕਾਂ ਨੂੰ ਵੀ ਉੱਠ ਕੇ ਖੜੇ ਹੋ ਕੇ ਪੁੱਛ ਨਹੀਂ ਸਕਦੇ ਕਿ ਭਾਈ ਪਾਤਸ਼ਾਹ ਦੀ ਬਾਣੀ ਤਾਂ ਇਹ ਕਹਿੰਦੀ ਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤੁਸੀਂ ਸਾਨੂੰ ਵਿਰੋਧ ਕਰੀ ਜਾਂਦੇ ਹੋ, ਸਾਨੂੰ ਜਾਗਣ ਦੀ ਲੋੜ ਆ। ਤੋਤਾ ਰਟਨੀ ਕਿਹਨੂੰ ਕਹਿੰਦੇ ਆ? ਇੱਕ ਨਾ ਸਾਧੂ ਨੇ ਇੱਕ ਤੋਤਾ ਰੱਖ ਲਿਆ। ਤੋਤਾ ਰਟਨੀ ਕਿੱਥੋਂ ਸ਼ੁਰੂ ਹੋਈ ਗੱਲ? ਉਹਨੇ ਤੋਤੇ ਨੂੰ ਬੜੇ ਪਿਆਰ ਨਾਲ ਪਾਲਿਆ, ਤੇ ਸਾਧੂ ਨੇ ਆਪਣਾ ਅਖੀਰਲਾ ਸਮਾਂ ਨੇੜੇ ਵੇਖ ਕੇ 4-5 ਦਿਨ ਪਹਿਲਾਂ ਤੋਤੇ ਨੂੰ ਕਹਿੰਦਾ ਵੀ ਸੱਜਣਾ, ਹੁਣ ਆਪਾਂ ਤਾਂ ਸੰਸਾਰ ਛੱਡ ਜਾਣਾ, ਤੈਨੂੰ ਮੈਂ ਪਿੰਜਰੇ 'ਚੋਂ ਆਜ਼ਾਦ ਕਰ ਦੇਣਾ, ਤੂੰ ਖਿਆਲ ਰੱਖ ਕੇ ਚੱਲੀ। ਜਦੋਂ ਬਾਹਰ ਦੁਨੀਆ 'ਚ ਵਿਚਰੇਂਗਾ ਨਾ, ਸ਼ਿਕਾਰੀ ਤੈਨੂੰ ਫੜਨ ਵਾਸਤੇ ਆਊਗਾ, ਉਹ ਤੈਨੂੰ ਲਾਲਚ ਪਾਊਗਾ ਚੋਗੇ ਦਾ, ਤੇ ਇੱਕ ਪਾਸੇ ਜਾਲ ਲੱਗਿਆ ਹੋਊਗਾ, ਤੂੰ ਉਹਦੇ ਲਾਲਚ 'ਚ ਆ ਕੇ ਉਹਦੇ ਜਾਲ 'ਚ ਨਾ ਫਸ ਜੀ। ਕੀ ਉਹਨੇ ਸਿਖਾਇਆ? ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਫਸਾਏਗਾ, ਸ਼ਿਕਾਰੀ ਦੇ ਜਾਲ ਵਿੱਚ ਨਹੀਂ ਫਸਣਾ। ਤੋਤੇ ਨੇ ਪੂਰਾ ਰੱਟ ਲਿਆ ਇਹ ਪਾਠ। ਸਾਧੂ ਨੇ ਤੋਤਾ ਛੱਡਤਾ ਤੇ ਆਪ ਦਾ ਸਰੀਰ ਛੱਡ ਕੇ ਗਾਲੀ ਦੁਨੀਆ। ਸ਼ਿਕਾਰੀ ਆਇਆ, ਸ਼ਿਕਾਰੀ ਨੇ ਚੋਗਾ ਜਿਹਾ ਖਿਲਾਰਤਾ ਤੇ ਜਾਲ ਲਾਇਆ। ਉਹ ਸ਼ਿਕਾਰੀ ਨੇ ਜਦੋਂ ਜਾਲ ਲਾਇਆ, ਤੋਤਾ ਫੇਰ ਬੋਲਣਾ ਸ਼ੁਰੂ ਕਰਤਾ। ਉਹ ਵਿਚਾਰਾ ਫੇਰ ਚਲਿਆ ਗਿਆ। 3-4 ਦਿਨ ਤੋਂ ਬਾਅਦ ਸ਼ਿਕਾਰੀ ਦੇ ਮਨ 'ਚ ਵਿਚਾਰ ਬਣ ਗਿਆ ਕਿ ਵੇਖ ਲਈਏ ਇਹਨੂੰ ਗਿਆਨ ਵੀ ਆ ਕਿ ਤੋਤਾ ਰਟੀ ਹੈ ਇਹਦੀ। ਉਹਨੇ ਜੀ ਜਾਲ ਲਾਤਾ, ਚੋਗਾ ਪਾਤਾ, ਤੇ ਤੋਤਾ ਉਤਰਿਆ। ਚੋਗਾ ਚੁਗਦਾ ਚੁਗਦਾ ਜਾਲ 'ਚ ਫਸ ਗਿਆ। ਜਾਲ 'ਚ ਫਸਿਆ ਪਿਆ ਵੀ ਬੋਲੀ ਜਾਵੇ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਫਸਾਏਗਾ, ਸ਼ਿਕਾਰੀ ਦੇ ਜਾਲ 'ਚ ਨਹੀਂ ਫਸਣਾ। ਸ਼ਿਕਾਰੀ ਕਹਿੰਦਾ ਫਸਿਆ ਤਾਂ ਬੈਠਾ,
ਕਹਿੰਦਾ ਜੀ ਮੇਰੀ ਤਾਂ ਤੋਤਾ ਰਟਣੀ ਆ, ਪਤਾ ਪੁੱਤਾ ਮੈਨੂੰ ਕੁਛ ਨਹੀਂ। ਕਹਿਣ ਤੋਂ ਭਾਵ ਜ਼ਿਆਦਾਤਰ ਜੀਵ ਅੱਜ ਆਪਾਂ ਧਰਮ ਦੀਆਂ ਗੱਲਾਂ ਤੱਕ ਹੀ ਸੀਮਤ ਰਹਿ ਜਾਂਦੇ ਆ, ਤਰਕਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ। ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ, ਵੇਦ ਸ਼ਾਸਤਰ ਕੋ ਤਰਕ ਨ ਲਾਗਾ, ਤਤ ਜੋਗ ਨਾ ਪਛਾਨੈ। ਆਪ ਕੁਝ ਕਰਨਾ ਨਹੀਂ, ਆਪ ਨਾ ਦੇ ਚੁਰੂ ਪਰ ਪਾਣੀ, ਤੇਹ ਨਿੰਦੈ ਜਿਹ ਗੰਗਾ ਆਣੀ। ਨਿੰਦਿਆ ਉਹਨਾਂ ਅਵਤਾਰਾਂ ਦੀ ਕਰਨੀ, ਸਾਧੂਆਂ ਮਹਾਤਮਾ ਦੀ ਕਰਨੀ। ਸਾਡੀ ਉਹਨਾਂ ਨਾਲ ਵਿਚਾਰ ਹੋਈ, ਮਹਾਜੀ ਹੈ ਕੋਈ ਤੁਹਾਡੇ ਕੋਲੇ ਐਸਾ ਸੱਜਣ ਜਿਹਨੂੰ ਆਰੇ ਨਾਲ ਚੀਰੀਏ ਉਹ ਰੋਵੇ ਨਾ? ਕਹਿੰਦੇ ਜੀ ਇਹੋ ਜਿਹਾ ਤਾਂ ਨਹੀਂ ਹੈ। ਹੈ ਕੋਈ ਇਹੋ ਜਿਹਾ ਬੱਚਾ 7 ਤੇ 9 ਸਾਲ ਦੀ ਉਮਰ ਹੋਵੇ, ਨੀਹਾਂ 'ਚ ਖੜ ਜੇ? ਕਹਿੰਦੇ ਜੀ ਇਹੋ ਜਿਹਾ ਤਾਂ ਨਹੀਂ ਲੱਭਦਾ। ਹੈ ਕੋਈ ਇਹੋ ਜਿਹੀ ਬੀਬੀ ਜਿਹੜੀ ਆਪਣੇ ਅੱਖਾਂ ਦੇ ਸਾਹਮਣੇ ਬੱਚੇ ਨੂੰ ਤਾਂ ਸੁੱਟ ਕੇ ਥੱਲੇ ਨੇਜਾ ਕਰਾ ਲਵੇ? ਹੈ ਕੋਈ ਇਹੋ ਜਿਹੀ ਬੀਬੀ ਤੁਹਾਡੇ ਕੋਲੇ ਕੱਟ ਕੱਟ ਕੇ ਹਾਰ ਗਲਾਂ 'ਚ ਬੱਚਿਆਂ ਦੇ ਪਾ ਦੇਣ ਤੇ ਉਹ ਧਰਮ ਨਾ ਛੱਡਣ? ਕਹਿੰਦੇ ਜੀ ਇਹੋ ਜਿਹਾ ਤਾਂ ਫਿਰ ਹੈ ਨਹੀਂ। ਮੈਂ ਫਿਰ ਥੋੜ੍ਹਾ ਜਿਹਾ ਖਿਆਲ ਨਾਲ ਚੱਲਿਆ ਕਰੋ। ਜਿੱਥੇ ਅਸੀਂ ਤਰੱਕੀ ਬਣਨਾ ਉੱਥੇ ਅਸੀਂ ਆਸਤਕ ਤਰੱਕੀ ਬਣਨਾ। ਜਦੋਂ ਅਸੀਂ ਪਾਤਸ਼ਾਹ ਦੇ ਇਤਿਹਾਸ ਪੜ੍ਹਦੇ ਹਾਂ ਗੁਰਮੁਖਾਂ ਦੇ, ਸਮਾਂ ਕਿੰਨਾ ਕੁ ਜੀ ਮੈਨੂੰ ਦੱਸ ਦਿਓ? 10 ਮਿੰਟ। ਠੀਕ ਹੈ। ਫਿਰ ਇਹ ਕਰਨ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੇ ਆਇਆ ਔਰੰਗਜ਼ੇਬ। ਕਿਉਂਕਿ ਜਿਹੜਾ ਹੰਕਾਰੀ ਪੁਰਸ਼ ਆ ਨਾ, ਉਹ ਜਦੋਂ ਜ਼ੁਲਮ ਦੀ ਹੱਦ ਕਰ ਲੈਂਦਾ ਫਿਰ ਉਹਦੀ ਆਤਮਾ ਕੰਬਦੀ ਅੰਦਰੋਂ। ਵੈਸੇ ਤਾਂ ਸ਼ੁਰੂਆਤ ਹੀ ਔਰੰਗਜ਼ੇਬ ਦੀ ਇੱਥੋਂ ਹੋਈ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਅੰਦਰ ਸਿਫਤ ਕੀਤੀ ਆ ਔਰੰਗਜ਼ੇਬ ਦੀ ਕਿ ਤੂੰ ਬੜਾ ਅੱਛਾ ਰਾਜਾ। ਪਰ ਉਹਦਾ ਜੀਵਨ ਕਦੋਂ ਗਲਤ ਹੋ ਗਿਆ? ਜਦੋਂ ਧਰਮ ਦੇ ਅਗਿਆਨੀ ਟੀਚਰਾਂ ਦੇ ਵੱਸ ਪੈ ਗਿਆ। ਉਹਦੀ ਆਤਮਾ ਕੰਬੀ ਇੱਕ ਵਾਰ ਕਿ ਮੈਂ ਤਾਂ ਆਪਣੇ ਭਰਾਵਾਂ ਨੂੰ ਮਾਰਤਾ, ਆਪਣੇ ਪਿਤਾ ਨੂੰ ਕੈਦ ਕਰ ਲਿਆ, ਆਪਣੀ ਭੈਣ ਨੂੰ ਕੈਦ ਕਰ ਲਿਆ, ਸਰਮੱਦ ਵਰਗੇ ਫਕੀਰਾਂ ਦਾ ਕਾਤਲ ਮੈਂ ਬਣ ਗਿਆ ਕਿ ਮੇਰੇ ਤਾਂ ਪਾਪ ਚੜ੍ਹ ਗਏ, ਹੁਣ ਕਿਵੇਂ ਉਤਰਨ? ਉਹਨੇ ਜਿਹੜੇ ਉਹਦੇ ਧਰਮ ਦੇ ਬੰਦੇ ਸੀ ਉਹਨਾਂ ਕੋਲੇ ਬੇਨਤੀ ਕੀਤੀ, ਜਿਵੇਂ ਆਪਾਂ ਕਰਦੇ ਹਾਂ ਵਿਗਿਆਨੀ ਜੀ ਹੋਰਾਂ ਕੋਲੇ, ਸਾਧੂਆਂ ਸੰਤਾਂ ਕੋਲੇ, ਵੀ ਜੀ ਸਾਡਾ ਬੜਾ ਮਾੜਾ ਜੀਵਨ ਹੋ ਗਿਆ। ਜਾਗ ਤਾਂ ਆਉਂਦੀ ਆ ਨਾ ਕਿਸੇ ਟਾਈਮ। ਜੇ ਤਾਂ ਅੱਛਾ ਟੀਚਰ ਮਿਲ ਗਿਆ ਉਹ ਤਾਂ ਸਾਨੂੰ ਲਾ ਦੂਗਾ ਪਰਮਾਤਮਾ ਦੀ ਬੰਦਗੀ ਵੱਲ ਕਿ ਭਾਈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਜੇ ਤੂੰ ਪਰਮਾਤਮਾ ਦਾ ਨਾਮ ਜਪੇਂਗਾ ਤੇਰੇ ਤੇ ਕੋਈ ਕਲੰਕ ਦੋਸ਼ ਰਹੂਗਾ ਨਹੀਂ, ਕਿਉਂਕਿ ਵਾਹਿਗੁਰੂ ਦੇ ਨਾਮ 'ਚ ਇਹ ਸ਼ਕਤੀ ਆ, ਕੱਟੇ ਪਾਪ ਅਸੰਖ ਨਾਵੇ ਇੱਕ ਕਣੀ। ਜੇ ਗਲਤ ਟੀਚਰ ਕੋਲੇ ਚਲੇ ਗਏ ਉਹ ਸਾਨੂੰ ਗਲਤ ਰਸਤੇ ਵੀ ਤੋਰ ਸਕਦਾ। ਔਰੰਗਜ਼ੇਬ ਨੂੰ ਗਲਤ ਟੀਚਰ ਮਿਲ ਗਏ। ਉਹ ਕਹਿੰਦੇ ਜੀ ਜੇ ਤੁਸੀਂ ਪਾਪ ਉਤਾਰਨਾ ਚਾਹੁੰਦੇ ਹੋ ਤਾਂ ਇਸਲਾਮ ਦਾ ਵਾਧਾ ਕਰੋ। ਜਿੰਨਾ ਇਸਲਾਮ ਧਰਮ ਦਾ ਵਾਧਾ ਕਰੀ ਚੱਲੋਗੇ ਤੁਹਾਡੇ ਪਾਪ ਉਤਰ ਜਾਣਗੇ। ਉਹਨੇ ਫਿਰ ਜ਼ੁਲਮ ਦਾ ਕਹਾੜਾ ਚੁੱਕਿਆ, ਇਹ ਮਨ ਦੇ ਅੰਦਰ ਬਣਾਈ ਕਿ ਸਾਰੇ ਲੋਕਾਂ ਨੂੰ ਇਸਲਾਮ ਕਰ ਦਿਓ, ਚਾਹੇ ਕੋਈ ਜ਼ਬਰਦਸਤੀ ਕਰੋ ਜਾਂ ਲਾਲਚ ਦੇ ਕੇ ਕਰੋ। ਹੁਣ ਜਦੋਂ ਉਹਦੀ ਆਤਮਾ ਕੰਬੀ, ਉਹ 9ਵੇਂ ਪਾਤਸ਼ਾਹ ਮਹਾਰਾਜ ਦੇ ਕੋਲੇ ਆਇਆ। ਮੂੰਹ ਤੇ ਉਦਾਸੀ ਆ, ਕਿਉਂਕਿ ਉਹ ਤਾਂ ਚਾਹੁੰਦਾ ਸੀ ਕਿ ਮੈਂ ਇਹਨਾਂ ਗੁਰਮੁਖਾਂ ਨੂੰ ਜਦੋਂ ਸਜ਼ਾ ਦੇਵਾਂਗਾ ਇਹ ਮੇਰੀਆਂ ਮਿੰਨਤਾਂ ਕਰਨਗੇ, ਮੈਂ ਇਹਨਾਂ ਤੋਂ ਆਪਦੀ ਈਨ ਮਨਾ ਲੂੰਗਾ। ਜਦੋਂ ਇਹ ਈਨ ਮੰਨ ਜਾਣਗੇ ਤਾਂ ਗੁਰੂ ਤੇਗ ਬਹਾਦਰ ਵੀ ਸ਼ਾਇਦ ਮੇਰੀ ਸ਼ਰਨ 'ਚ ਆ ਜਾਣ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਮਣੇ ਹੋ ਕੇ ਬੇਨਤੀ ਕੀਤੀ। ਕਹਿੰਦਾ ਜੀ ਮੇਰੀ ਇੱਕ ਬੇਨਤੀ ਹੈ। ਮਹਾਰਾਜ ਜੀ ਕਹਿੰਦੇ ਦੱਸ ਬੋਲ। ਕਹਿੰਦਾ ਜੀ ਵੀ ਆਪਣਾ ਰੌਲਾ ਕਾਹਦਾ? ਮਹਾਰਾਜ ਜੀ ਕਹਿੰਦੇ ਕੋਈ ਰੌਲਾ ਨਹੀਂ, ਰੌਲਾ ਤੇਰੇ ਨਾਲ ਸਾਡਾ ਕਾਹਦਾ? ਕਹਿੰਦਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਮਹਾਰਾਜ ਜੀ ਕਹਿੰਦੇ ਜਿਹਦੀ ਨਹੀਂ ਆਈ ਪੁੱਛ ਲਾ, ਕਿਉਂਕਿ ਉਹ ਤਾਂ ਨਿਰਵੈਰ ਆ, ਨਿਰਭਉ, ਉਹਨਾਂ ਨੂੰ ਕੌਣ ਡਰਾਵੇ। ਕਹਿੰਦਾ ਜੀ ਇੱਕ ਗੱਲ ਦੀ ਸਮਝ ਨਹੀਂ ਆਈ। ਮਹਾਰਾਜ ਜੀ ਕਹਿੰਦੇ ਕਾਹਦੀ? ਕਹਿੰਦਾ ਵੀ ਤੁਸੀਂ ਜੰਜੂ ਤਿਲਕ ਤਾਂ ਪਾਉਂਦੇ ਹੀ ਨਹੀਂ ਹੈ। ਤੁਹਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਪਨ 'ਚ ਹੀ ਨਹੀਂ ਪਾਇਆ। ਹੁਣ ਜੰਜੂ ਤਿਲਕ ਦਾ ਰੌਲਾ, ਜੰਜੂ ਤਿਲਕ ਦੀ ਖਾਤਰ ਤੁਸੀਂ ਕੁਰਬਾਨ ਹੋਣ ਨੂੰ ਤਿਆਰ ਖੜੇ ਹੋ। ਵੀ ਇਹ ਕਿੱਡੀ ਕੁ ਗੱਲ ਆ? ਤੁਸੀਂ ਵਿਚਾਰ ਝਾਓ, ਸੰਧੀ ਕਰੋ ਸਾਡੇ ਨਾਲ। ਪਤਾ ਫਿਰ ਕੀ ਬੋਲਿਆ ਉੱਥੇ ਲਿਖਿਆ ਇੱਕ ਕਵੀ ਨੇ, ਕਹਿੰਦਾ ਔਰੰਗਜ਼ੇਬ ਕਹਿੰਦਾ ਕਿ ਹੈਰਾਨ ਹਾਂ ਮੈਂ, ਜੰਜੂ ਤਿਲਕ ਨੂੰ ਤੁਸੀਂ ਧਾਰਦੇ ਵੀ ਨਹੀਂ ਪਰ ਜਾਨ ਦੇ ਰਹੇ ਹੋ ਜੰਜੂ ਤਿਲਕ ਖਾਤਰ, ਇਸ ਗੱਲ ਨੂੰ ਆਪ ਵਿਚਾਰਦੇ ਵੀ ਨਹੀਂ।
ਤੁਸੀਂ ਕੀ ਲੈਣਾ ਇਹਨਾਂ ਕਾਫਰਾਂ ਤੋਂ, ਛੱਡੋ ਝਗੜੇ ਕਰੋ ਪਿਆਰ ਦੀ ਗੱਲ, ਝਗੜੇ ਦੀਨ ਮਜਬ ਦੇ ਹੋਣ ਭਾਵੇਂ, ਤੁਸੀਂ ਕਰੋ ਆਪਣੇ ਰੱਬੀ ਪਿਆਰ ਦੀ ਗੱਲ। ਪਾਤਸ਼ਾਹ ਤੁਸੀਂ ਕੀ ਲੈਣਾ? ਫਿਰ ਥੋੜਾ ਜਿਹਾ ਤਲਖੀ ਚ ਬੋਲਿਆ, ਕਹਿੰਦਾ ਜੇਕਰ ਤੁਸੀਂ ਸ਼ਹੀਦ ਹੋ ਵੀ ਗਏ ਤਾਂ ਬਦਲ ਜਾਣੀ ਕੋਈ ਇੱਥੇ ਖੁਦਾਈ ਤਾਂ ਨਹੀਂ, ਇਸ ਵਾਸਤੇ ਆਪਣੀ ਜਾਨ ਦੇਣੀ ਹਜ਼ੂਰ, ਇਸ ਗੱਲ 'ਚ ਕੋਈ ਦਿਨਾਈ ਤਾਂ ਨਹੀਂ। ਫਿਰ ਨੌਵੇਂ ਪਾਤਸ਼ਾਹ ਨੇ ਬੜਾ ਠੋਸ ਨਿੱਗਰ ਜਵਾਬ ਦਿੱਤਾ। ਪਾਤਸ਼ਾਹ ਕਹਿੰਦੇ, ਨੌਵੇਂ ਪਾਤਸ਼ਾਹ ਅੱਗੋਂ ਜਵਾਬ ਦਿੱਤਾ, ਤੂੰ ਨਹੀਂ ਜਾਣਦਾ ਇਸ਼ਕ ਦੀ ਗੱਲ ਸ਼ਾਹ, ਜਿੰਨਾ ਚਿਰ ਕੁਰਬਾਨੀਆਂ ਹੁੰਦੀਆਂ ਨਹੀਂ, ਮਸਲਾ ਧਰਮ ਦਾ ਹੁੰਦਾ ਨਹੀਂ ਹੱਲ ਸ਼ਾਹ। ਅਸੀਂ ਧੱਕੇ ਵਿਰੁੱਧ ਜਹਾਦ ਕੀਤਾ, ਨਾਲ ਜ਼ੁਲਮ ਦੇ ਸਿਰਫ ਲੜਾਈ ਸਾਡੀ, ਅਸੀਂ ਪੱਖ ਮਜ਼ਲੂਮਾਂ ਦਾ ਪੂਰਦੇ ਹਾਂ, ਇਹ ਲੋਕ ਚਾਹੁੰਦੇ ਅਗਵਾਈ ਸਾਡੀ। ਸਾਡਾ ਵੈਰ ਇਸਲਾਮ ਦੇ ਨਾਲ ਕੋਈ ਨਾ, ਹਿੰਦੂ ਧਰਮ ਕੋਈ ਸਾਡਾ ਨਿਸ਼ਾਨਾ ਵੀ ਨਹੀਂ, ਸਾਡੀ ਦੁਸ਼ਮਣੀ ਤਸਵੀਆਂ ਨਾਲ ਕੋਈ ਨਾ, ਤਿਲਕ ਜੰਜੂ ਨਾਲ ਸਾਡਾ ਜਰਾਨਾ ਵੀ ਨਹੀਂ। ਮੁਸਲਮਾਨ ਵੀ ਨਾਨਕ ਦੇ ਦਰ ਆਉਂਦਾ, ਅਸੀਂ ਉਸ ਨੂੰ ਵੀ ਇਹੋ ਅਸੀਸ ਦਿੰਦੇ, ਧੱਕਾ ਹੁੰਦਾ ਇਸਲਾਮ ਦੇ ਨਾਲ ਜੇਕਰ ਉਸ ਲਈ ਵੀ ਆਪਣਾ ਸੀਸ ਦਿੰਦੇ। ਇਹ ਤਾਂ ਠੀਕ ਖੁਦਾਈ ਨਹੀਂ ਬਦਲ ਜਾਣੀ, ਪਰ ਤੇਰੇ ਜ਼ੁਲਮ ਦਾ ਨਸ਼ਾ ਤਾਂ ਤੋੜ ਦਿਆਂਗੇ, ਵਿਰੁੱਧ ਜ਼ੁਲਮ ਦੇ ਅਸੀਂ ਕੁਰਬਾਨ ਹੋ ਕੇ ਨਵਾਂ ਹੋਰ ਇਤਿਹਾਸ ਨੂੰ ਮੋੜ ਦਿਆਂਗੇ। ਸਾਡੇ ਖੂਨ ਚੋਂ ਪੈਦਾ ਹੋਊ ਸ਼ਕਤੀ, ਜਿਹੜੀ ਟਕਰਾਊ ਹਰ ਖੂਨੀ ਸਰਕਾਰ ਦੇ ਨਾਲ, ਜਦੋਂ ਜਦੋਂ ਕੋਈ ਜ਼ਰਬਾਨਾ ਅੱਤ ਚੁੱਕੂ ਉਹ ਵੀ ਸੋਧਿਆ ਜਾਊ ਤਲਵਾਰ ਦੇ ਨਾਲ। ਐਸੇ ਠੋਸ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੋਲੇ। ਫੇਰ ਤਾਂ ਉਹਦੇ ਵੱਸ ਦੀ ਗੱਲ ਨਹੀਂ ਸੀ, ਥੋੜਾ ਜਿਹਾ ਹੋਰ ਘਬਰਾਇਆ, ਕਹਿੰਦਾ ਜੀ ਤੁਸੀਂ ਮੈਨੂੰ ਜਾਣਦੇ ਨਹੀਂ ਹਾਂ, ਮੈਂ ਕਿੱਡਾ ਕਠੋਰ ਹਿਰਦੇ ਦਾ ਬਾਦਸ਼ਾਹ, ਮੇਰੇ 'ਚ ਦਇਆ ਨਾਉਂ ਦੀ ਚੀਜ਼ ਨਹੀਂ ਹੈ। ਮੈਂ ਤਾਂ ਆਪਦੇ ਭਾਈਆਂ ਤੇ ਤਰਸ ਨਹੀਂ ਕੀਤਾ, ਸਰਮਦ ਵਰਗੇ ਫਕੀਰਾਂ ਤੇ ਤਰਸ ਨਹੀਂ ਕੀਤਾ, ਤੁਹਾਨੂੰ ਆਪਦੀ ਜਾਨ ਦੀ ਆਪਦੀ ਸੋਚ ਰੱਖਣੀ ਚਾਹੀਦੀ ਆ। ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਤੈਨੂੰ ਵੱਡੇ ਬਹਾਦਰ ਨੂੰ, ਆਪਦੇ ਆਪ 'ਚ ਹੀ ਬਹਾਦਰ ਬਣਿਆ ਫਿਰਦਾ, ਕਿਤੇ ਕਬਰਾਂ 'ਚ ਜਾ ਕੇ ਆਪਣੇ ਭਰਾਵਾਂ ਦੀ ਰੂਹ ਦੀਆਂ ਕੂਕਾਂ ਸੁਣ, ਸਰਮਦ ਵਰਗੇ ਫਕੀਰਾਂ ਦੀਆਂ ਕੂਕਾਂ ਸੁਣੋ, ਕਿਵੇਂ ਤੇਰੇ ਰਾਜ ਭਾਗ ਦੀ ਬਰਬਾਦੀ ਦੀਆਂ ਅਰਦਾਸਾਂ ਕਰ ਰਹੇ ਆ। ਫਿਰ ਤਾਂ ਹਰਖ 'ਚ ਆ ਕੇ ਐਲਾਨ ਕਰ ਦਿੱਤਾ ਗਿਆ, ਤੇ ਪਾਤਸ਼ਾਹ ਨੂੰ ਚਾਂਦਨੀ ਚੌਂਕ ਦੇ ਅੰਦਰ ਸਾਰਾ ਭਾਣਾ ਜੋ ਵਰਤੇ ਆਪਾਂ ਜਾਣਦੇ ਹਾਂ। ਜਦੋਂ ਉਹਨਾਂ ਗੁਰਮੁਖਾਂ ਦੇ ਪੜ੍ਹਦੇ ਹਾਂ ਇਤਿਹਾਸ, ਆਪਦੇ ਆਪ ਦੇ ਅੰਦਰ ਝਾਕਦੇ ਹਾਂ ਤਾਂ ਬੜਾ ਵਿਰਾਗੀ ਹੋ ਜਾਂਦਾ ਮਨ, ਵੀ ਆਪਣੇ 'ਚ ਤਾਂ ਪਿਆਰ ਹੀ ਹੈ ਨਹੀਂ। ਭਾਈ ਜੈਤੇ ਵਰਗੇ ਸੀਸ ਚੱਕ ਕੇ ਆਨੰਦਪੁਰ ਪਹੁੰਚ ਗਏ। ਲੱਖੀ ਸ਼ਾਹ ਬਣਜ਼ਾਰੇ ਵਰਗਿਆਂ ਨੇ, ਰਕਾਬਗੰਜ ਦੇ ਰਹਿਣ ਵਾਲਾ ਸੀ, ਇਹ ਰਕਾਬਗੰਜ ਉਦੋਂ ਪਿੰਡ ਸੀ, ਹੁਣ ਦਿੱਲੀ ਦੇ ਅੰਦਰ ਆ ਗਿਆ। ਉਹਨੇ ਗੱਡਿਆਂ ਦੇ ਅੰਦਰ ਪਾਤਸ਼ਾਹ ਦਾ ਧੜ ਰੱਖ ਕੇ ਆਪਣੇ ਘਰੇ ਲਿਜਾ ਕੇ ਘਰ ਨੂੰ ਹੀ ਅੱਗ ਲਾਤੀ। ਲੋਕ ਕਹਿਣ ਉਹ ਲੱਖੀ ਸ਼ਾਹ ਤੇਰਾ ਘਰ ਮੱਚਦਾ, ਉਹ ਕਹਿੰਦਾ ਤੁਹਾਨੂੰ ਪਤਾ ਨਹੀਂ ਪਵਿੱਤਰ ਹੋ ਰਿਹਾ, ਅੱਜ ਹੋ ਰਿਹਾ, ਦੇਖੋ ਹੋ ਗਿਆ ਨਾ ਦੁਨੀਆ 'ਚ ਪਵਿੱਤਰ। ਤੇ ਕਿੱਥੋਂ ਇਹ ਸ਼ਕਤੀਆਂ ਆਉਂਦੀਆਂ? ਇਹ ਇੱਕੋ ਹੀ ਗੱਲ 'ਚ ਆਉਂਦੀਆਂ ਗੁਰਮੁਖ ਪਿਆਰਿਓ, ਜਦੋਂ ਅਸੀਂ ਸੰਗਤ ਕਰਕੇ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਨੂੰ ਆ ਦੁਨੀਆ ਦੇ ਮੋਹ ਮਾਇਆ 'ਚੋਂ ਉੱਪਰ ਚੱਕਣਾ ਸਿੱਖ ਲੈਂਦੇ ਆ। ਜਦੋਂ ਅਸੀਂ ਆ ਸੁਪਨੇ ਦੀ ਜ਼ਿੰਦਗੀ ਜਿਉਂਦੇ ਜਿਉਂਦੇ ਮਨ ਜਾਗਦਾ ਹਕੀਕਤ ਦੇਖਣੀ ਸ਼ੁਰੂ ਕਰ ਦਿੰਦੇ ਆ। ਸੰਸਾਰ ਨੂੰ ਸੁਪਨਾ ਕਿਹਾ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ, ਪਰ ਹਕੀਕਤ 'ਚ ਕਦੋਂ ਬਦਲਦਾ? ਜਦੋਂ ਸਾਡਾ ਮਨ ਜਾਗਤ ਅਵਸਥਾ 'ਚ ਆਉਂਦਾ। ਜਿਹਨੂੰ ਜਗਾਉਣ ਵਾਸਤੇ ਢੰਗ ਦੱਸਿਆ ਗੁਰਬਾਣੀ 'ਚ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਅਚਾਰਨੇ। ਰਾਤ ਨੂੰ ਸੌਣ ਵੇਲੇ ਸੁਪਨਾ ਆਉਂਦਾ, ਸੁਪਨੇ 'ਚ ਨਹੀਂ ਪਤਾ ਹੁੰਦਾ ਕਿ ਸੁਪਨਾ ਵੇਖ ਰਹੇ ਹਾਂ, ਜਦੋਂ ਅੱਖ ਖੁੱਲ੍ਹਦੀ ਆ ਫੇਰ ਪਤਾ ਲੱਗਦਾ ਕਿ ਸੁਪਨਾ ਵੇਖ ਰਹੇ ਸੀ। ਹੁਣ ਅਸੀਂ ਆ ਸੁਪਨੇ ਨੂੰ ਸੱਚ ਮੰਨੀ ਬੈਠੇ ਆ। ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਤੇ ਜਦੋਂ ਅਸੀਂ ਮਾਲਕ ਦੀ ਕਿਰਪਾ ਦੇ ਗੁਰਮੁਖੋ ਪਾਤਰ ਬਣ ਗਏ,
सिमरन बंदगी करके गुरु दी मत लैके जो पातशाह दा हुक्म आ कि गुर की मत तू लेहे इयाने भगत बिना बहु डूबे सियाने। जिदे असी जागत अवस्था च आ जाएंगे साडा जीवन आनंदमई हो जाऊगा, सुखी हो जाऊगा, जिहड़े सुख दी असी आस भालदे आ। आओ फिर आपां 5 मिनट हुण गुरमंत्र दा अभ्यास करना, फायदा हो जाऊगा। जिहड़े जीवां दी मुश्किल अज कि साडा मन नहीं टिकदा, विचारां दे अंदरों सुरती बाहर नहीं आउंदी, ते ओह आपां सिੱਖਣਾ हुंदा, क्योंकि असी निरंकार दे उपासक हां, किसी आकार दे नहीं। मन नूं टिकाउण वास्ते किसी चीज़ दा आसरा चाहीदा। जे किसी आकार दा आसरा लैने आ तां गुरमत दे दायरे तो बाहर हो जाने आ। ते कीता की जावे। पातशाह सानू समझाउंदे ने, ज्यों मंदिर को थामे थम्मन त्यों गुर का शब्द मने अस्तंभन। जदों असी गुरबाणी पढ़नी आ, इन्ना ख्याल रखियो, जो मुख तो बोल रहे हैं कन्नां दे नाल सुनना और समझना। ते जदों असी गुरमंत्र दा अभ्यास करना, उदों असी शरीर नूं रिलैक्स करके बैठना, नेत्र अपने बंद करके बैठने आ। ते सास ग्रास विधि जो गुरु नानक पातशाह ने आपां नूं समझाया कि अंतर सवास जे बाहे मिलावें निकसे वहर तां गुरु अलावें। अपनी सुरती नूं अंदर लिजाण वास्ते सवास दा सहारा लेना, ते सवास च मिल के अंदर ध्यान जाके बोलांगे वाहे, ते ध्यान उत्थे तक लेके जावांगे जिथे तक पाउण जा रही आ, साडी नाभि तक सवास जाना चाहिए। उत्थे थोड़ा जिहा रोक के जदों सवास उपर नूं आवेगा उदों बोलांगे गुरु, ते अपनी आवाज़ नूं सुनांगे, ना कि किसी आकार दा ध्यान धरांगे, क्योंकि आवाज़ दा कोई आकार नहीं है। सानू ज्ञान देता महाराज ने, धुन मैं ध्यान ध्यान मैं जानिया गुरमुख अकथ कहानी। जदों ये असी परपक्क कर लांगे, हौली हौली समा गुरमुखो ऐसे मोड़ ते आ जाएगा जदों साडा बोलना अपने आप बंद हो जाऊगा। ते साडे इसे शरीर दे अंदर जो मालक बैठा बोलदा, ठाकुर हमरा सद बुलंता, जो कथा कर रहा, हर की कथा अनाहत बाणी, हंस होए हीरा ले पछानी, वो साडा मन सुननी शुरू कर देगा। ते ओही आवाज़ साडी सुरती नूं चुक के उत्थे ले जूगी जिथों वो आवाज़ आ रही है। वो साडे मूल प्रकाश दे अंदरों चल रही है, मुख चों, जिन्हों कबाऊ दी बोली दा नाम दिता गया। कीता पसाओ एको कबाओ तिसते होए लख दरियाओ। उत्थे तक पहुँचण वास्ते सानू किरतम नाम जो जीव दे नाल असी बोलने आ, उहदा जाप करना पैना। किरतम नाम जपै तेरे जिहबा, सत नाम तेरा परा पूरबला। वाहिगुरू दा सिमरन इस ढंग नाल आपां करना। 2 बार असी कल्ले बोलदे हां, ध्यान नाल सुन लिओ, ते फिर आपां संगत रूप दे अंदर सिमरन करके समाप्ति कर देंगे। शरीर नूं रिलैक्स करके बैठना, नेत्र अपने बंद करने आ, ते इस तरह आपां बोलांगे वाहिगुरू वाहिगुरू वाहिगुरू। हाँ जी, सारी संगत हुण करो शुरू। वाहिगुरू 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 वाहिगुरू
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਆਪਾਂ ਉਦਮ ਕਰਿਆ ਕਰੀਏ, ਆਪਣੇ ਜੀਵਨ ਦੇ ਸਮੇਂ ਦੀ ਸਹੀ ਵੰਡ ਕਰੀਏ। ਜਿੱਥੇ ਅਸੀਂ ਬੜਾ ਲੰਬਾ ਸਮਾਂ ਕਿਰਤ ਨਾਲ ਜੁੜਦੇ ਹਾਂ, ਸੰਸਾਰ ਔਰ ਸਮਾਜ ਨਾਲ ਜੁੜਦੇ ਹਾਂ, ਉੱਥੇ ਟਾਈਮ ਕੱਢ ਕੇ ਆਪਣੇ ਮਾਲਕ ਪ੍ਰਮਾਤਮਾ ਨਾਲ ਵੀ ਜੁੜਿਆ ਕਰੀਏ। ਜੀ ਤੋਂ ਟੁੱਟਣ ਕਰਕੇ ਪਾਤਸ਼ਾਹ ਦੀ ਬਾਣੀ ਸਾਡੀ ਖੁਆਰੀ ਦੱਸ ਰਹੀ ਆ, ਹਰ ਬਿਸਰਤ ਸਦਾ ਖੁਆਰੀ, ਤਾਂ ਕਿ ਅਸੀਂ ਖੁਆਰੀ ਤੋਂ ਬਚੀਏ। ਇਹ ਆਪਾਂ ਆਪਣੇ ਜੀਵਨ ਕਾਲ ਦੌਰਾਨ ਕੱਢਣਾ ਹੁੰਦਾ ਸਮਾਂ ਆਪ ਦੇ ਵਾਸਤੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਨੂਰਾ ਮਾਹੀ ਕਲੱਬ ਰਾਏਕੋਟ, ਜਿਨ੍ਹਾਂ ਦੇ ਮੁੱਖ ਜਿਹੜੇ ਸੇਵਾਦਾਰ ਨੇ ਇੰਗਲੈਂਡ ਦੀ ਧਰਤੀ ਤੇ ਬੈਠੇ ਨੇ ਡਾਕਟਰ ਕੁਲਵਿੰਦਰ ਸਿੰਘ ਜੀ, ਉਹਨਾਂ ਦੀ ਸਮੁੱਚੀ ਟੀਮ, ਲਖਵਿੰਦਰ ਸਿੰਘ ਜੀ, ਮਾਸਟਰ ਪ੍ਰੀਤਮ ਸਿੰਘ ਜੀ
ਤੁਹਾਡੇ ਨਗਰ ਤੋਂ ਗੁਰਚੇਤ ਸਿੰਘ ਜੀ, ਆਪਣੇ ਸਾਬਰ ਅਲੀ, ਯੂਸਫ ਅਲੀ ਜੀ, ਕਿਉਂਕਿ ਇੱਕ ਟੀਮ ਹੁੰਦੀ ਆ, ਜਿੰਨਾ ਚਿਰ ਵਰਕ ਟੀਮ ਪੂਰੀ ਨਹੀਂ ਕੰਮ ਨਹੀਂ ਕੋਈ ਚੱਲਦਾ। ਉਹਨਾਂ ਦੇ ਮਨ 'ਚ ਪਿਆਰ ਆ, ਉਹਨਾਂ ਨੂੰ ਪਾਤਸ਼ਾਹ ਨੇ ਸੰਸਾਰ ਦਾ ਧਨ ਬਖਸ਼ਿਸ਼ ਕੀਤਾ। ਉਹ ਆਪਣੇ ਦਸਵੰਧ ਦੇ ਵਿੱਚੋਂ ਵੱਡਾ ਜਿਹੜਾ ਆਪਦਾ ਕੱਢਣਾ, ਆਪਾਂ ਸਾਰਿਆਂ ਨੇ ਦਸਵੰਧ ਦਾ ਜੋ ਆਪਾਂ ਨੂੰ ਹੁਕਮ ਆ, ਇਸ ਪਾਸੇ ਖਰਚ ਕਰ ਰਹੇ ਆ ਕਿ ਨਗਰਾਂ ਨਗਰਾਂ ਦੇ ਅੰਦਰ, ਪਿੰਡਾਂ ਪਿੰਡਾਂ ਦੇ ਅੰਦਰ ਜਾ ਕੇ ਧਾਰਮਿਕ ਸਮਾਗਮ ਕੀਤੇ ਜਾਣ, ਲੋਕਾਂ ਨੂੰ ਗੁਰੂ ਦੀ ਬਾਣੀ ਪਰਮਾਤਮਾ ਨਾਲ ਜੋੜਨ ਦਾ ਸਾਧਨ ਪੈਦਾ ਕੀਤਾ ਜਾਵੇ। ਜਿਸ ਤਰ੍ਹਾਂ ਇਹ ਸਮਝਾ ਰਹੇ ਸੀ ਕਿ ਗਰੀਬ ਲੋੜਵੰਦ ਬੱਚਿਆਂ ਦੀਆਂ ਫੀਸਾਂ ਭਰ ਦਿੱਤੀਆਂ ਜਾਣ ਅਤੇ ਲੋਕਾਂ ਨੂੰ ਫ੍ਰੀ ਲਿਟਰੇਚਰ ਵੰਡ ਦਿੱਤਾ ਜਾਵੇ, ਤਾਂ ਕਿ ਕਿਸੇ ਦੇ ਮਨ 'ਚ ਇਹ ਨਾ ਰਹੇ ਕਿ ਸਾਡੇ ਕੋਲੇ ਦੁਨੀਆ ਦਾ ਪੈਸਾ ਨਹੀਂ ਹੈ, ਅਸੀਂ ਲੈ ਕੇ ਕੋਈ ਕਿਤਾਬ ਪੜ੍ਹ ਨਹੀਂ ਸਕਦੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇਹਨਾਂ ਸਾਰੀ ਟੀਮ ਤੇ ਭਾਈ ਗੁਰਵਿੰਦਰ ਸਿੰਘ ਜੀ, ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਇਸੇ ਤਰ੍ਹਾਂ ਉਹਨਾਂ ਨੂੰ ਇਹ ਦੇਸ਼ ਸਮਾਜ ਦੀ, ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਫੇਰ ਮਾਲਕ ਦੇ ਦਰਬਾਰ ਦੇ ਅੰਦਰ ਸਾਨੂੰ ਦਿੱਤੀ। ਨਾ ਦੁਨੀਆ ਦੇ ਅੰਦਰ ਗਿਆਨ ਦਾ ਅੰਤ ਤੇ ਨਾ ਧਿਆਨ ਦਾ ਅੰਤ। ਇਹ ਤਾਂ ਇਨਸਾਨ ਐਵੇਂ ਹੰਕਾਰੀ ਜਿਹਾ ਹੋ ਜਾਂਦਾ। ਇੱਕ ਦਿਨ ਮੈਂ ਸੁਕਰਾਤ ਦਾ ਪੜ੍ਹਿਆ, 2 ਮਿੰਟ ਲੈ ਲਾਂ ਤੁਹਾਡੇ ਹੋਰ। ਉਹਨੇ ਆਪਦੇ ਜੀਵਨ ਦੀ ਕਹਾਣੀ ਦੱਸੀ। ਕਹਿੰਦਾ ਜਦੋਂ ਮੈਂ ਜਵਾਨੀ ਜੀ 'ਚ ਸੀ ਨਾ, ਕਹਿੰਦਾ ਮੈਂ ਆਪਦੇ ਹਾਣੀਆਂ ਨੂੰ ਕਹਿੰਦਾ ਹੁੰਦਾ, ਜਿਹੜੀ ਗੱਲ ਮੈਨੂੰ ਮਰਜ਼ੀ ਪੁੱਛ ਲਓ, ਮੈਨੂੰ ਸਾਰੀ ਦਾ ਹੀ ਪਤਾ। ਥੋੜ੍ਹਾ ਜਿਹਾ ਅੱਗੇ ਗਿਆ ਅਤੇ ਥੋੜ੍ਹਾ ਜਿਹਾ ਧਰਮ ਦੇ ਪੱਖ ਵੱਲ ਨੂੰ ਤੁਰ ਪਿਆ। ਉਹ ਕਹਿੰਦਾ ਮੈਨੂੰ ਭੇਦ ਆਇਆ ਕਿ ਸੁਕਰਾਤ ਕੁਝ ਐਸਾ ਵੀ ਆ ਜਿਹਦਾ ਤੈਨੂੰ ਪਤਾ ਨਹੀਂ। ਜਿਵੇਂ ਅੱਜ ਆਪਾਂ ਖੁੰਝੇ ਫਿਰਦੇ ਹਾਂ, ਅਸੀਂ ਆਪਦੇ ਗਿਆਨ ਨੂੰ ਇੰਨਾ ਪਰਪੱਕ ਕਰ ਲਿਆ ਕਿ ਸਾਨੂੰ ਸਾਰੀ ਗੱਲ ਦਾ ਹੀ ਪਤਾ। ਉਹ ਕਹਿੰਦਾ ਨਹੀਂ, ਕੁਝ ਐਸਾ ਵੀ ਆ ਜਿਹਦਾ ਆਪਾਂ ਨੂੰ ਪਤਾ ਨਹੀਂ। ਜਦੋਂ ਉਹਦੇ 'ਤੇ ਮਾਲਕ ਨੇ ਕਿਰਪਾ ਕੀਤੀ, ਕਹਿੰਦਾ ਵਡੇਪੇ 'ਚ ਜਾ ਕੇ ਮੈਂ ਕਹਿਣਾ ਸ਼ੁਰੂ ਕਰਤਾ, ਸੁਕਰਾਤ ਤੈਨੂੰ ਭੋਰਾ ਵੀ ਪਤਾ ਨਹੀਂ। ਜੇ ਸਾਡਾ ਜੀਵਨ ਇਸ ਤਰ੍ਹਾਂ ਚੱਲੇ ਤਾਂ ਅਸੀਂ ਸੁਖੀ ਹੋ ਸਕਦੇ ਹਾਂ। ਇਹ ਤਾਂ ਹੀ ਸੰਭਵ ਹੈ ਜੇ ਗੁਰਬਾਣੀ ਪੜ੍ਹਾਂਗੇ, ਵਿਚਾਰਾਂਗੇ, ਸੰਗਤ ਕਰਾਂਗੇ, ਨਹੀਂ ਸੰਭਵ ਨਹੀਂ। ਅੱਜ ਹਾਲਾਤ ਕੀ ਆ ਦੁਨੀਆ ਦੇ ਆਪਣੇ ਸਾਹਮਣੇ ਨੇ। ਸਾਡੇ ਪਰਿਵਾਰਾਂ 'ਚੋਂ ਨਫ਼ਰਤ ਪੈਦਾ ਹੋ ਚੁੱਕੀ ਹੈ। ਮਾਂ ਬਾਪ ਦਾ ਸਤਿਕਾਰ ਘਟ ਰਿਹਾ। ਸਾਡੀਆਂ ਭਰਾਵਾਂ ਦੀਆਂ ਥੋੜ੍ਹੀ ਜਿਹੀ ਗੱਲ ਪਿੱਛੇ ਇੱਕ ਦੂਜੇ 'ਤੇ ਗੋਲੀਆਂ ਚੱਲ ਜਾਂਦੀਆਂ ਅਤੇ ਕਾਮ ਦੀਆਂ ਲਹਿਰਾਂ 'ਚ ਨੇੜੇ ਤੋਂ ਨੇੜੇ ਦੇ ਰਿਸ਼ਤੇ ਟੁੱਟ ਰਹੇ ਆ। ਕ੍ਰੋਧ ਦੀਆਂ ਲਹਿਰਾਂ ਨੇ ਸਾਡਾ ਸਰੀਰ ਦਾ ਵੀ ਨਾਸ ਕਰਤਾ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਢਾਲੇ। ਲੋਭ ਰੂਪੀ ਕੁੱਤੇ ਇੰਨੇ ਅੰਧੇ ਹੋ ਗਏ, ਅਸੀਂ ਠੱਗੀ ਮਾਰ ਲੱਗੇ, ਨਾ ਭੈਣ ਨੂੰ ਨਾ ਭਰਾ ਨੂੰ ਕਿਸੇ ਨੂੰ ਬਖਸ਼ਦੇ ਨਹੀਂ। ਸਾਡੇ ਕੋਲੇ ਇੱਕੋ ਹੀ ਚਾਰਾ ਹੈ, ਉਹ ਹੈ ਸਤਿਗੁਰੂ ਪਾਤਸ਼ਾਹ ਦੀ ਤਰੀਰਾਂ ਦੇ ਉੱਪਰ ਮੁਸ਼ਕਿਲਾਂ ਝੱਲ ਕੇ ਸੰਘਰਸ਼ ਕਰ ਰਹੇ ਆ। ਪਾਤਸ਼ਾਹ ਆਪਾਂ ਨੂੰ ਉਸ ਸੰਘਰਸ਼ ਦੇ ਵਿੱਚ ਵੀ ਕਾਮਯਾਬੀ ਬਖਸ਼ਿਸ਼ ਕਰਨ। ਆਓ ਆਪਾਂ ਸਾਰੀ ਸੰਗਤ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਕਰੀਏ ਜੀ।